ਸਤਨਾਮ ਵਾਹਿਗੁਰੂ ਸਾਹਿਬ ਜੀਓ। ਤ੍ਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਤ੍ਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਸਹਾਇਕ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਹਰ ਰੋਜ਼ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੀ ਵਿਆਖਿਆ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਪ੍ਰਕਰਨ ਹੈ, ਪਹਿਲੇ ਸ਼ੰਤ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ, ਭਗਤੀ ਦੀ ਤਾਸੀਰ ਪ੍ਰੇਮ ਦੀ ਭਾਸ਼ਾ ਵਿੱਚ ਹਜ਼ੂਰ ਨੇ ਬਿਆਨ ਕੀਤੀ ਹੈ। ਕੱਲ ਆਪਾਂ ਇੱਕ ਲਫ਼ਜ਼ ਥੋੜਾ ਸਮਾਂ ਵਿਚਾਰ ਕੀਤੀ ਸੀ ਕਿ ਨੇਤ ਨੇਤ ਬਨ ਤ੍ਰਿਣ ਕਹਿਤ। ਬਣ ਕਹਿੰਦੇ ਨੇ ਜੰਗਲ ਨੂੰ, ਤ੍ਰਿਣ ਕਹਿੰਦੇ ਸੁੱਕੇ ਹੋਏ ਘਾਹ ਨੂੰ। ਜਦੋਂ ਜੰਗਲ ਵਿੱਚ ਰੁੱਖਾਂ ਤੇ ਪਤਝੜ ਆਉਂਦੀ ਹੈ ਤਾਂ ਉਹਦੇ ਪੱਤੇ ਸੁੱਕ ਕੇ ਡਾਲੀ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗਦੇ ਨੇ। ਫਿਰ ਉਹਨਾਂ ਪੱਤਿਆਂ ਨੂੰ ਚੇਤ ਦੇ ਮਹੀਨੇ ਵਿੱਚ, ਵਿਸਾਖ ਦੇ ਮਹੀਨੇ ਵਿੱਚ, ਜਦੋਂ ਬੜੀ ਤੇਜ਼ ਲੂ ਚੱਲਦੀ ਹੈ, ਉਹਦੇ ਨਾਲ ਉਹ ਪੱਤੇ ਬਿਲਕੁਲ ਸੁੱਕ ਜਾਂਦੇ ਨੇ। ਫਿਰ ਉਹਨਾਂ ਸੁੱਕੇ ਹੋਏ ਪੱਤਿਆਂ ਵਿੱਚੋਂ ਜਦੋਂ ਕੋਈ ਉਹਨਾਂ ਪੱਤਿਆਂ ਦੇ ਉੱਤੋਂ ਗੁਜ਼ਰਦਾ ਹੈ, ਉਹਦੇ ਪੈਰਾਂ ਨਾਲ ਜਦੋਂ ਉਹ ਟੁੱਟਦੇ ਨੇ, ਟੁੱਟਣ ਕਰਕੇ ਉਹਨਾਂ ਵਿੱਚੋਂ ਇੱਕ ਕੜਕ ਦੀ ਆਵਾਜ਼ ਆਉਂਦੀ ਹੈ, ਧੁਨੀ ਆਉਂਦੀ ਹੈ। ਸਤਿਗੁਰੂ ਨੇ ਇੱਥੇ ਉਹ ਹਵਾਲਾ ਦਿੱਤਾ, ਨੇਤ ਨੇਤ ਬਨ ਤ੍ਰਿਣ ਕਹਿਤ। ਜਦੋਂ ਕਿਸੇ ਦੀ ਸੁਰਤ ਜਿਉਂ-ਜਿਉਂ ਗਹਿਰੀ ਹੋ ਜਾਏ, ਸ਼ਬਦ ਦੇ ਨਾਲ ਜੁੜਨ ਲੱਗ ਪਏ, ਨਾਮ ਦੇ ਨਾਲ ਜਿਹਦੀ ਸੁਰਤ ਦਾ ਨਾਤਾ ਜੁੜ ਜਾਏ, ਸੰਜੋਗ ਬਣ ਜਾਏ, ਹਜ਼ੂਰ ਕਹਿੰਦੇ ਫਿਰ ਤਾਂ ਪੱਤਿਆਂ ਦੇ ਟੁੱਟਣ ਦੀ ਆਵਾਜ਼ ਵਿੱਚੋਂ ਵੀ ਰੱਬ ਦੀ ਆਵਾਜ਼ ਆਉਣ ਲੱਗ ਪੈਂਦੀ। ਇਹ ਸਿਰਫ ਇੱਕ ਗੱਲ ਕਹੀ ਹੈ
ਕਿ ਪੱਤਿਆਂ ਦੇ ਟੁੱਟਣ ਦੀ ਆਵਾਜ਼ ਵਿੱਚੋਂ ਰੱਬ ਦੇ ਪਿਆਰ ਦੀ ਖੁਸ਼ਬੂ, ਉਹਦੀ ਆਵਾਜ਼ ਉਹਨੂੰ ਆਉਣ ਲੱਗ ਪੈਂਦੀ। ਇਹ ਕੇਵਲ ਤਾਂ ਉਦਾਹਰਨ ਦਿੱਤੀ ਕਿ ਐਸਾ ਮਨੁੱਖ ਜਿਹਦੀ ਅੰਦਰੋਂ ਸੁਰਤ ਪ੍ਰੇਮ ਦੁਆਰਾ ਜਾਗੀ, ਜਿਵੇਂ ਸਤਿਗੁਰੂ ਬੋਲ ਰਹੇ ਨੇ, ਉਹ ਹਰ ਇੱਕ ਆਵਾਜ਼ ਵਿੱਚੋਂ ਆਪਣੇ ਪਰਮਾਤਮਾ ਦੀ ਆਵਾਜ਼ ਨੂੰ ਖੋਜ ਲੈਂਦਾ ਹੈ। ਭਾਵੇਂ ਕੋਈ ਵੀ ਚੀਜ਼ ਬੋਲਦੀ, ਸਤਿਗੁਰੂ ਨੇ ਬਚਨ ਵੀ ਕੀਤੇ ਬਾਣੀ ਵਿੱਚ, ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮਿਰਗ ਬੋਲਦੇ ਨੇ ਉਹਨਾਂ ਦੀਆਂ ਚੰਗਿਆੜਾਂ ਵਿੱਚੋਂ ਵੀ, ਕਿਉਂਕਿ ਬੰਦੇ ਦੇ ਆਪਣੀ ਜਦੋਂ ਜ਼ਿੰਦਗੀ ਸੁਰ ਹੋ ਜਾਏ, ਸਾਰੀ ਦੁਨੀਆ ਹੀ ਸਾਜ਼ ਬਣ ਜਾਂਦੀ ਹੈ। ਜੇ ਆਪਣੀ ਜ਼ਿੰਦਗੀ ਸੁਰ ਤਾਲ ਵਿੱਚ ਆ ਗਈ, ਜੇ ਆਪਣਾ ਜੀਵਨ ਦਾ ਸਾਜ਼ ਸੰਗੀਤ ਰਾਗ ਠੀਕ ਹੋ ਗਿਆ, ਮਨ ਸਾਧਿਆ ਗਿਆ, ਸੁਰਤ ਸਾਧੀ ਗਈ, ਜੀਵਨ ਸੋਧਿਆ ਗਿਆ, ਤੇ ਫਿਰ ਬਾਹਰਲੀਆਂ ਬੇਤਰਤੀਬ ਚੀਜ਼ਾਂ ਵੀ ਤਰਤੀਬ ਵਿੱਚ ਆ ਜਾਂਦੀਆਂ ਨੇ। ਕਿਸੇ ਚੀਜ਼ ਨੂੰ ਤਰਤੀਬ ਵਿੱਚ ਕਰਨਾ ਨਹੀਂ ਪੈਂਦਾ। ਅਸਲ ਵਿੱਚ ਸੰਸਾਰ ਗਲਤ ਦਿਸਦਾ ਹੀ ਤਾਂ ਹੈ ਜਦੋਂ ਵੇਖਣ ਵਾਲਾ ਗਲਤ ਹੈ। ਵੇਖਣ ਵਾਲੇ ਦੀ ਅੱਖ ਵਿੱਚ ਫਰਕ ਹੈ। ਜਿੱਦਣ ਬੰਦੇ ਦੀ ਆਪਣੀ ਜਿਹੜੀ ਜ਼ਿੰਦਗੀ ਹੈ ਸੁਰ ਹੋ ਗਈ, ਸਾਜ਼ ਸਿੱਧੇ ਹੋ ਗਏ, ਬਾਹਰ ਕੁਝ ਵੀ ਗਲਤ ਨਹੀਂ ਹੈ। ਸਾਰੀ ਦੁਨੀਆ ਤੇ ਬੰਦੇ ਦੇ ਆਪਣੇ ਜੀਵਨ ਦਾ ਹੀ ਪਰਛਾਵਾਂ ਹੈ, ਹੋਰ ਤਾਂ ਹੈ ਹੀ ਕੁਝ ਨਹੀਂ। ਜਿਵੇਂ ਦਾ ਆਪਣਾ ਜੀਵਨ ਉਵੇਂ ਦਾ ਸੰਸਾਰ ਹੈ। ਜੈਸੀ ਮਨਸ਼ਾ ਤੈਸੀ ਦਸ਼ਾ। ਜਿਵੇਂ ਦੀ ਮਨ ਦੀ ਦਸ਼ਾ ਹੈ ਉਵੇਂ ਦਾ ਸੰਸਾਰ। ਜਿੱਦਣ ਮਨ ਖਤਮ ਹੋ ਜਾਂਦਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ ਸੱਚ ਹੈ, ਉਦਨ ਸੰਸਾਰ ਵੀ ਨਾਲੇ ਲੀਨ ਹੋ ਜਾਂਦਾ, ਸੰਸਾਰ ਰਹਿੰਦਾ ਹੀ ਨਹੀਂ। ਅਸਲ ਵਿੱਚ ਸੰਸਾਰ ਹੈ ਹੀ ਕੁਝ ਨਹੀਂ, ਇਹ ਸਿਰਫ ਭਾਸਦਾ ਹੈ। ਇੱਕ ਅਹਿਸਾਸ ਹੈ ਬੰਦੇ ਨੂੰ, ਹੈ ਇਹਦੇ ਵਿੱਚ ਕੁਝ ਵੀ ਨਹੀਂ। ਇਹ ਜੋ ਕੁਝ ਸਾਹਮਣੇ ਦਿਸ ਰਿਹਾ ਹੈ ਕੁਝ ਵੀ ਨਹੀਂ, ਇਹ ਸਿਰਫ ਬੰਦੇ ਦੇ ਮਨ ਦਾ ਬਾਹਰਲਾ ਪਰਛਾਵਾਂ। ਤਾਂ ਜਿਹੜੇ ਮਨੁੱਖ ਦਾ ਜੀਵਨ ਆਪਣਾ ਸੁਰ ਤਾਲ ਵਿੱਚ ਆ ਗਿਆ, ਉਹਨੂੰ ਕਹਿੰਦੇ ਨੇ ਸੁਰ। ਸੁਰ ਦੇ ਅਰਥ ਦੇਵਤਾ ਕੀਤੇ ਨੇ ਗੁਰਬਾਣੀ ਵਿੱਚ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਸੁਰ ਦਾ ਕੀ ਅਰਥ ਹੈ? ਜਿਸ ਬੰਦੇ ਦੀ ਜ਼ਿੰਦਗੀ ਸੁਰ ਵਿੱਚ ਆ ਗਈ, ਤਰੀਕੇ ਵਿੱਚ ਆ ਗਈ, ਮਰਿਆਦਾ ਵਿੱਚ, ਪ੍ਰੇਮ ਦੀ ਮਰਿਆਦਾ ਵਿੱਚ ਵੱਜ ਗਈ, ਉਹਨੂੰ ਕਹਿੰਦੇ ਨੇ ਦੇਵਤਾ। ਸੁਰ। ਜਿਨ੍ਹਾਂ ਦੀ ਆਪਣੀ ਜ਼ਿੰਦਗੀ ਸੁਰ ਤਾਲ ਵਿੱਚ ਆ ਗਈ, ਸ਼ੁੱਧ ਹੋ ਗਈ, ਰੱਬ ਦੇ ਪਿਆਰ ਵਿੱਚ ਭਿੱਜ ਗਈ, ਬਾਹਰ ਕੁਝ ਵੀ ਹੁੰਦਾ ਰਹੇ, ਸਾਰੇ ਕੁਝ ਨੂੰ ਉਹ ਤਬਦੀਲ ਕਰ ਲੈਣਗੇ। ਜ਼ਹਿਰ ਵੀ ਅੰਮ੍ਰਿਤ ਵਿੱਚ ਬਦਲ ਜਾਏਗੀ। ਫਿਰ ਤੇ ਕੱਚ ਦਾ ਸੋਨਾ ਬਣ ਸਕਦਾ ਹੈ। ਫਿਰ ਤਾਂ ਮਿੱਟੀ ਸੋਨੇ ਦਾ ਰੂਪ ਧਾਰਨ ਕਰ ਲਏਗੀ। ਗੱਲ ਬੰਦੇ ਦੇ ਆਪਣੇ ਜੀਵਨ ਤੇ ਖੜੀ ਹੈ, ਬਾਹਰ ਕਿਤੇ ਵੀ ਨਹੀਂ। ਸਤਿਗੁਰੂ ਨੇ ਕਿਹਾ, ਜਿਸ ਦਿਨ ਸਾਡੀ ਸੁਰਤ ਉਸ ਇੱਕ ਦੇ ਨਾਲ ਲੀਨ ਹੋ ਗਈ, ਤਾਂ ਉਸ ਵੇਲੇ ਟੁੱਟਦੇ ਹੋਏ ਪੱਤਿਆਂ ਦੀ ਆਵਾਜ਼ ਕੱਲੀ ਪੱਤਿਆਂ ਦੀ ਆਵਾਜ਼ ਨਹੀਂ ਰਹਿੰਦੀ। ਜਦੋਂ ਪੱਤੇ ਟੁੱਟਦੇ ਨੇ, ਉਹਦੇ ਵਿੱਚੋਂ ਵੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀ ਆਵਾਜ਼ ਆਉਂਦੀ। ਜੋ ਬੋਲਤ ਹੈ ਮ੍ਰਿਗ, ਮਿਰਗ ਬੋਲਦੇ ਵੀ ਉਹਦੀ ਆਵਾਜ਼ ਦਿੰਦੇ ਨੇ। ਮੀਨ, ਮੱਛੀਆਂ ਦੀ ਆਵਾਜ਼ ਵੀ ਉਸ ਦੀ ਆਵਾਜ਼ ਦਿਸਦੀ। ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਜਦੋਂ ਬੋਲਦੇ ਨੇ, ਇਹਨਾਂ ਵਿੱਚੋਂ ਰੱਬ ਦੀ ਆਵਾਜ਼ ਆਉਂਦੀ ਹੈ। ਤੇ ਜਿੰਨਾ ਚਿਰ ਸਾਡਾ ਆਪਣਾ ਆਪ ਸੁਰ ਨਾ ਹੋਇਆ, ਉਹਨਾਂ ਚਿਰ ਭਾਵੇਂ ਗੁਰੂ ਵੀ ਬੋਲਦਾ ਰਿਹਾ, ਤਾਂ ਵੀ ਕਹਿਣਾ ਸਵਾਦ ਨਹੀਂ ਆਉਂਦਾ, ਤਾਂ ਵੀ ਕਹਿਣਾ ਰਸ ਨਹੀਂ ਆਉਂਦਾ। ਰਸ ਕਿਉਂ ਨਹੀਂ ਆਉਂਦਾ? ਬੰਦੇ ਦੀ ਆਪਣੀ ਜ਼ਿੰਦਗੀ ਸੁਰ ਤਾਲ ਵਿੱਚ ਨਹੀਂ ਹੈ। ਇਸ ਕਰਕੇ ਧਰਮ ਫਿੱਕਾ ਹੋ ਜਾਂਦਾ ਹੈ। ਤੇ ਖਾਸ ਕਰਕੇ ਜਿਹੜੇ ਲੋਕ ਧਰਮ ਦੇ ਬਿਲਕੁਲ ਬਹੁਤਾ ਨੇੜੇ ਰਹਿਣ ਲੱਗ ਪੈਂਦੇ ਨੇ, ਜੇ ਉਹਨਾਂ ਦੀ ਜ਼ਿੰਦਗੀ ਸੁਰ ਨਾ ਹੋਈ, ਧਰਮ ਉਹਨਾਂ ਵਾਸਤੇ ਤੇ ਬਿਲਕੁਲ ਹੀ ਫਿੱਕਾ ਹੈ। ਅਜੇ ਬਾਹਰੋਂ ਕੋਈ ਆਵੇ, ਕੋਈ 24 ਘੰਟਿਆਂ ਬਾਅਦ ਗੁਰੂ ਗ੍ਰੰਥ ਸਾਹਿਬ ਕੋਲ ਆਵੇ, ਤੇ ਮੱਥਾ ਟੇਕਣ ਦਾ ਉਹਨੂੰ ਕੁਝ ਨਾ ਕੁਝ ਸਵਾਦ ਆ ਜਾਏਗਾ, ਜ਼ਿੰਦਗੀ ਭਾਵੇਂ ਸੁਰ ਤਾਲ ਨਾ ਵੀ ਹੋਈ।
ਪਰ ਜਿਹੜਾ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਤੇ ਜ਼ਿੰਦਗੀ ਨਾ ਹੋਈ ਸ਼ੁੱਧ, ਉਹ ਤੇ ਅੱਕ ਜਾਏਗਾ, ਉਹਨੂੰ ਤੇ ਨੀਂਦ ਆਏਗੀ, ਉਹ ਤੇ ਸਰੀਰ ਦਾ ਹੀ ਖਿਆਲ ਰੱਖੇਗਾ ਵੀ ਨੀਂਦ ਪੂਰੀ ਹੋਈ ਹੈ ਕਿ ਨਹੀਂ। ਉਹਦੀ ਜ਼ਿੰਦਗੀ ਫਿੱਕੀ ਪੈ ਜਾਏਗੀ। ਹਾਂ, ਗੁਰੂ ਦੇ ਕੋਲ ਰਹਿੰਦਿਆਂ ਕੁਝ ਇੱਕ ਲੋਕਾਂ ਦੀ ਅੱਖ ਖੁੱਲ੍ਹ ਜਾਂਦੀ ਹੈ, ਉਹਨਾਂ ਨੂੰ ਫਿਰ ਬਾਣੀ ਧਰਮ ਕਦੀ ਅਕਾਉਂਦਾ ਨਹੀਂ। ਉਹਨਾਂ ਨੂੰ ਦਿਨ ਰਾਤ ਗੁਰੂ ਕੇ ਬਚਨ ਸਵਾਦ ਲੱਗਣ ਲੱਗ ਪੈਂਦੇ ਨੇ, ਰਸਦਾਇਕ ਲੱਗਣ ਲੱਗ ਪੈਂਦੇ। ਨਹੀਂ ਤਾਂ ਕੋਲ ਰਹਿਣ ਵਾਲੇ ਜ਼ਿਆਦਾ ਅੱਕ ਜਾਂਦੇ ਨੇ, ਉਹਨਾਂ ਦੇ ਕੰਨ ਥੱਕ ਜਾਂਦੇ ਸੁਣ ਸੁਣ ਕੇ ਵੀ ਕੀ ਕਰੀਏ। ਤਾਂ ਜਿਨ੍ਹਾਂ ਦੇ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇਤ ਨੇਤ ਬਨ ਤ੍ਰਿਣ ਕਹਿਤ, ਕਿਤੇ ਤੁਰੇ ਹੋਣਗੇ ਕਲਗੀਆਂ ਵਾਲੇ ਪਾਤਸ਼ਾਹ ਪੱਤ ਝੜ ਦੇ ਦਿਨਾਂ ਵਿੱਚ, ਕਿਤੇ ਸੈਰ ਕਰਨ ਗਏ ਤਾਂ ਕਿਸੇ ਰੁੱਖ ਦੇ ਥੱਲਿਓਂ ਨਿਕਲੇ ਹੋਣਗੇ, ਤਾਂ ਰੁੱਖਾਂ ਦੇ ਉੱਤੇ ਤੁਰਦਿਆਂ ਵੀ ਉਹਨਾਂ ਦੇ ਪੈਰ ਰੁਕ ਗਏ। ਕਿੰਨਾ ਕਿੰਨਾ ਚਿਰ ਪੈਰ ਰੱਖਿਆ ਸੁੱਕੇ ਪੱਤਿਆਂ ਤੇ, ਜਦੋਂ ਟੁੱਟਣ ਦੀ ਆਵਾਜ਼ ਆਈ ਉੱਥੇ ਧਿਆਨ ਜੁੜ ਗਿਆ, ਉੱਥੇ ਹੀ ਸੁਰਤ ਉਸ ਆਵਾਜ਼ ਦੇ ਵਿੱਚੋਂ ਰੱਬ ਦੀ ਆਵਾਜ਼ ਨੂੰ ਖਿੱਚਣ ਲੱਗ ਪਈ, ਉੱਥੇ ਰੁਕ ਗਏ। ਕਿੰਨਾ ਕਿੰਨਾ ਚਿਰ ਰੁਕੇ ਰਹੇ, ਕਿੰਨਾ ਕਿੰਨਾ ਚਿਰ ਟਿਕੇ ਰਹੇ। ਇਸ ਕਰਕੇ ਇਹ ਕੋਈ ਅਤ ਕਥਨੀ ਨਹੀਂ ਕਿ ਕਬੀਰ ਸਾਹਿਬ ਆਪਣੀ ਖੱਡੀ ਨੂੰ ਸਵੇਰੇ ਸ਼ੁਰੂ ਕਰਦੇ ਸਨ, 2-4 ਮਿੰਟ ਜਦੋਂ ਉਹਨੂੰ ਚਲਾਉਂਦੇ ਸਨ ਤੇ ਉਹਦੀ ਜਿਹੜੀ ਆਵਾਜ਼ ਆਉਂਦੀ ਸੀ ਟਕ ਟਕ ਦੀ, ਉਹਦੇ ਵਿੱਚ ਧਿਆਨ ਲੱਗ ਜਾਂਦਾ ਸੀ, ਧਿਆਨ ਉਹਦਾ ਇਕੱਠਾ ਹੋ ਜਾਂਦਾ। ਸਾਰਾ ਦਿਨ ਉੱਥੇ ਬੈਠ ਜਾਂਦੇ ਸਨ। ਸ਼ਬਦ ਵੀ ਆਉਂਦਾ ਹੈ, ਉਹਨਾਂ ਦੀ ਮਾਤਾ ਕਹਿੰਦੀ ਹੈ ਕਿ ਖੱਡੀ ਦੇ ਧਾਗੇ ਲਮਕੇ ਹੋਏ ਨੇ, ਸਮਾਨ ਖਿਲਰਿਆ ਹੋਇਆ ਹੈ, ਸਵੇਰੇ 10 ਮਿੰਟ ਇਹਨੇ ਲਾਏ ਨੇ ਕੰਮ ਤੇ, ਉੱਥੇ ਸਾਰਾ ਕੁਝ ਖਿਲਰ ਗਿਆ, ਉੱਥੇ ਪਿਆ, ਕੁਝ ਨਹੀਂ ਕਰਦਾ, ਨਿਕੰਮਾ ਹੈ, ਕੰਮ ਨਹੀਂ ਕਰਦਾ। ਪਰ ਹੁਣ ਉਹਨੂੰ ਕੌਣ ਸਮਝਾਏ ਵੀ ਇਹ ਜਿਹੜੀ ਖੱਡੀ ਦੀ ਆਵਾਜ਼ ਆਉਂਦੀ, ਇਹਦੇ ਵਿੱਚ ਇੱਕ ਜਿਹੜੀ ਧੁਨ ਹੈ, ਸ਼ਬਦ ਹੈ ਹੀ ਧੁਨ ਅਸਲ ਵਿੱਚ, ਜਿਹਨੂੰ ਨਾਮ ਕਹਿੰਦੇ ਨਾ, ਇਹਦਾ ਮੁੱਢ ਮੂਲ ਜਿਹੜਾ ਹੈ, ਜਿੱਥੋਂ ਇਹ ਆਰੰਭਤਾ ਹੁੰਦੀ, ਜਿੱਥੋਂ ਸ਼ੁਰੂਆਤ ਹੁੰਦੀ ਸ਼ਬਦ ਦੀ, ਸਾਰਾ ਸੰਸਾਰ ਆਵਾਜ਼ ਤੇ ਖੜਾ ਹੈ। ਜਿਸ ਦਿਨ ਬੰਦੇ ਨੂੰ ਸਮਝ ਆ ਜਾਏ ਕਿ ਸ਼ਬਦ ਮੂਲ ਹੈ ਸੰਸਾਰ ਦਾ, ਤੇ ਸ਼ਬਦ ਨਾਲ, ਧੁਨ ਦੇ ਨਾਲ ਸਾਰਾ ਸੰਸਾਰ ਚੱਲ ਸਕਦਾ ਹੈ, ਸਾਰੇ ਕੰਮ ਹੋ ਸਕਦੇ ਨੇ ਆਵਾਜ਼ ਨਾਲ, ਸਭ ਕੁਝ ਹੋ ਸਕਦਾ ਹੈ। ਵਿਗਿਆਨ ਸਹਿਜੇ ਸਹਿਜੇ ਇਹਦੇ ਬਿਲਕੁਲ ਨੇੜੇ ਜਾ ਰਿਹਾ ਹੈ। ਹੁਣ ਤੇ ਵੀ ਖੋਜ ਮੈਨੂੰ ਗੁਰਮੁਖਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਵਿੱਚ ਆਵਾਜ਼ ਦੇ ਰਾਹੀਂ ਦਵਾਈ ਬੰਦੇ ਦੇ ਅੰਦਰ ਚਲੀ ਜਾਇਆ ਕਰੇਗੀ, ਖਾਣ ਦੀ ਲੋੜ ਨਹੀਂ ਪਏਗੀ। ਆਵਾਜ਼ ਇੱਕ ਖਾਸ ਤਰ੍ਹਾਂ ਦਾ ਸੰਗੀਤ ਗੂੰਜੇਗਾ ਕੰਨਾਂ ਵਿੱਚ, ਤਾਂ ਗੋਲੀਆਂ ਖਾਣ ਦੀ ਲੋੜ ਨਹੀਂ। ਉਹ ਆਵਾਜ਼, ਉਹ ਸੰਗੀਤ ਦੀ ਸੁਰ ਇਸ ਤਰ੍ਹਾਂ ਦੀ ਹੋਵੇਗੀ ਕਿ ਬੰਦੇ ਦੇ ਧਿਆਨ ਦੇ ਰਾਹੀਂ ਸ਼ਬਦ ਦਵਾਈ ਉਹਦੇ ਅੰਦਰ ਪਾ ਦੇਗਾ। ਇਹ ਸ਼ਬਦ ਦੀ ਮਹਾਨਤਾ ਸਹਿਜੇ ਸਹਿਜੇ ਵਿਗਿਆਨ, ਔਰ ਆਉਣ ਵਾਲੇ ਸਮੇਂ ਵਿੱਚ ਕੋਈ 100-50 ਸਾਲ ਦੇ ਸਮੇਂ ਵਿੱਚ ਜੇ ਇਹਦੀ ਖੋਜ ਠੀਕ ਤਰ੍ਹਾਂ ਹੋ ਸਕੀ, ਤੇ ਦੁਨੀਆ ਵਿੱਚ ਜੇ ਪ੍ਰਮਾਣਿਕ ਧਰਮ ਹੋਵੇਗਾ, ਜੇ ਕੋਈ ਮੰਨਿਆ ਗਿਆ ਧਰਮ ਔਰ ਸਮੇਤ ਲੌਜਿਕ ਦੇ, ਉਦਾਹਰਨਾਂ ਦੇ, ਔਰ ਸਭ ਤੋਂ ਵੱਡਾ ਧਰਮ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ, ਕਿਉਂਕਿ ਇਹਦੇ ਵਿੱਚੋਂ ਲੌਜਿਕ ਮਿਲਣਗੇ ਸਾਰੇ। ਸ਼ਬਦ ਨੂੰ ਮਹਾਨ ਮੰਨਿਆ ਜਾਏਗਾ, ਵਿਗਿਆਨ ਸਿੱਧ ਕਰ ਦੇਗਾ ਇਸ ਵੀ ਸ਼ਬਦ ਸਾਰੇ ਸੰਸਾਰ ਦੀ ਆਧਾਰਸ਼ਿਲਾ ਹੈ, ਇਹਦੇ ਉੱਤੇ ਸਭ ਕੁਝ ਖੜਾ ਹੈ, ਸ਼ਬਦ ਨਾਲ ਸਭ ਕੁਝ ਹੋ ਸਕਦਾ ਹੈ। ਇਹ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਗੁਰੂ ਅਰਜਨ ਦੇਵ ਜੀ ਨੇ ਬੜੀ ਪਹਿਲਾਂ ਇਹਦੀ ਖੋਜ ਕਰਕੇ ਲਿਖਿਆ, ਤੇ ਗੁਰਬਾਣੀ ਵਿੱਚ ਜੋ ਕੁਝ ਆਇਆ ਖੋਜਿਆ ਹੋਇਆ ਹੈ, ਕਿਤੇ ਪੜ੍ਹਿਆ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਜੋ ਕੁਝ ਵੀ ਆਇਆ ਹੈ, ਇਹ ਖੋਜਿਆ ਹੋਇਆ ਗਿਆਨ ਹੈ, ਕਿਤੇ ਪੜ੍ਹਿਆ ਹੋਇਆ ਨਹੀਂ, ਕਿਤੇ ਸੁਣਿਆ ਹੋਇਆ ਨਹੀਂ ਹੈ। ਸਿੱਧਾ ਡਾਇਰੈਕਟ, ਜਿਹਨੂੰ ਕਹਿੰਦੇ ਨੇ ਲਾਈਵ ਪ੍ਰਸਾਰਨ, ਇਹ ਰਿਕਾਰਡਿੰਗ ਨਹੀਂ ਕਿਸੇ ਚੀਜ਼ ਦੀ, ਇਹ ਸਿੱਧਾ ਸੱਚਖੰਡ ਤੋਂ ਜਿਹੜਾ ਗਿਆਨ ਆਇਆ, ਉਹਨੂੰ ਸਿੱਧਾ ਗੁਰੂ ਸਾਹਿਬ ਨੇ ਨਾਲੋਂ ਨਾਲ ਲਿਖਿਆ, ਤੇ ਉਸੇ ਵੇਲੇ ਲਿਖਿਆ ਇੱਕਦਮ। ਬਾਕੀ ਦੇ ਧਰਮ ਗ੍ਰੰਥ ਜਿਹੜੇ ਨੇ ਉਹ ਬੋਲੇ ਪਹਿਲਾਂ ਗਏ ਨੇ, ਲਿਖੇ ਕਈ ਸੌ ਸਾਲ ਬਾਅਦ ਵਿੱਚ ਗਏ ਨੇ, ਬੜਾ ਲੰਮਾ ਸਮਾਂ ਬਾਅਦ। ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਉਚਾਰਨ ਕਰਤਾ 200-400 ਸਾਲ ਪਹਿਲਾਂ ਹੋ ਗੁਜ਼ਰੇ, ਬਾਅਦ ਵਿੱਚ ਉਹਨਾਂ ਨੂੰ ਲਿਖਿਆ ਗਿਆ।
पर इधर कोई एक मिनट का भी उधार नहीं। जैसी मैं आवे खसम की बाणी तैसड़ा करी ज्ञान वे लालो। इधरों ज्ञान आउंदा है, उधर पैन कोल है, गुरु नानक साहब दे कोल पेंसिल है, उत्थे लिख लिया जाता है। तां ही भाई गुरदास जी ने खबर दी है कि जदों गुरु बाबा जी अरब कंट्रीज विच गए सन, मक्के गए सन, तो उन्हां कोल एक किताब सी, एक पोथी सी, ते तां उन्हां ने हाजियां ने कहा सी कि पुछण फोल किताब नूं वड्डा हिंदू कि मुसलमान होई। कहण तो भाव ये सीधा ज्ञान है जिहड़ा खुद गुरु साहब ने अपनी जिंदगी विच आप खोजिया। तां सतगुरु कलगीधर पातशाह जिवें कबीर साहब की खड्डी चलदी है, उन्हां दी खड्डी दे विचों जिहड़ा आवाज़ आउंदी है वो आवाज़ ही नाम बन गई, आवाज़ ही शब्द बन गया। धार्मिक बंदे दे सुर होए जीवन की निशानी है कि वो जिहड़ी चीज़ नूं हत्थ पाएगा वो नाम बन जाएगी। जिहड़ी चीज़ वल जाएगा, जिधर ध्यान मारेगा उधरों नाम की आवाज़ उन्होंने सुननी शुरू हो जाएगी। जे गुरु नानक साहब जी मोदी खाने विच सौदा तोलते हुए 13-13 ते रुके, उहदा भी कारण ये सी कि 13 की आवाज़ विचों 13-13 शुरू हो गया, ध्यान जुड़ गया, बस उत्थे सुरत रुक गई। इस तरह कईयां नाल वापरिया। यही चीज़ पौंटा साहब की धरती ते गुरु कलगीधर पातशाह के जीवन में वापरदी। अकाल उस्तत उन्हां दी बाणी है। अकाल उस्तत दे विच 16 वारी तू ही शब्द आया है, इकट्ठा लिखिया होया 16 बार आया। ते ये सीने बसीने गुरमुखां दी एक रवायत है। कहंदे ये जिहड़ा तू ही लफज एक दिन ध्यान इन्ना जुड़िया कलगियां वाले दा रब दे चरनां नाल, क्योंकि मंग के आए सन। जदों इस धरती ते आए उन्हां दे अपने लफज ने कि चित ना भयो हमरो आवन कै। साडा इत्थे आउण नूं चित नहीं सी करदा, कौन जाए। हुण तुसीं कदी सोचिया जे किते बीमारी पई होवे प्लेग दी, किते बीमारी नाल लोग तड़फदे होण, उत्थे कहा जाए भी जाओ, एक ते परोपकार है, परोपकार दे अधीन तां जाना प्रवान कर लेगा आदमी। पर जे उहदी अंतर बुद्धि नूं अंतर आत्मा नूं पुछिया जाए भी जिथे लोग बीमार पे ने, चौवां पासे बीमारी है, चौवां पासे गंदगी है, उत्थे जान नूं कौन तैयार होवेगा। कहंदे सतगुरां ने जिस वेले उस थां ते आउण दी गल चली रब दे चरनां दे विच, तां सतगुरां ने एक बचन कहा, कहण लगे मैं अकाल पुरख वाहिगुरू दे चरनां विच इत्थे जन्म लैण तो पहलां एक बेनती कीती है। वैसे तो कोई सज्जण हुण कहंदे ने गुरबाणी पूर्वले जन्मां नूं मनदी नहीं, पता नहीं कित्थों पढ़िया, गुरबाणी पढ़ी भी है कि नहीं। ये तां सुनिया सी कि इस्लाम बहुते जन्मां नूं नहीं मनदा। इस्लाम की एक धारणा, वैसे वो भी उन्हां दे भी कुछ बंदे मनन लग पे कि जन्म पिछे भी होए ने, अगे भी हो सकते, पर उन्हां दी व्यापक जिहड़ी मनौत है वो कहती है कि जन्म इको ही है, इको ते समाप्ति हो जाती है, फिर क्यामत वाले दिन लेखा हुंदा है। पर ये साडे भी सज्जण कहण लगे भी गुरु गोबिंद सिंह दा पूर्वले जन्म की गल चलदी, कहंदे वो है ही नहीं सी जन्म, गुरमत ते मनदी नहीं, पता नहीं गुरबाणी नहीं पढ़ी, जां गुरु ग्रंथ साहिब नूं बाहरों लोकां नूं समझाया भी तुसीं कल्ला मत्था टेक दिओ, पढ़दे नहीं, पर पढ़िया आप भी कोई नहीं है। जे पढ़िया हुंदा ते शब्द जरूर चेते विच आउणे सन। कई जन्म पै कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिरख जोयो, मिल जगदीश मिलन की बरिया, चिरंकाल ए देह संजरिया। पूर्व जन्म हम तुमरे सेवक, अब तो मिटया ना जाई, तुमरे द्वारे धुन सहज की माथे मेरे दागाई। पूर्व कर्म अंकुर जब प्रगटे भेट्यो, रसिक पुरख बैरागी, मिट्यो अंधेर मिलत हर नानक, जन्म जन्म की सोई जागी। पिछले जन्मां दी गल है। तां सतगुरु ने अपने पूर्व की गल कही, कहंदे मैं आउण तो पहलां अकाल पुरख वाहिगुरू ने मैनू कहा भी धरती ते जाओ
ਤੁਹਾਡੀ ਬੜੀ ਜ਼ਰੂਰਤ ਹੈ। ਮੈਂ ਇੱਕ ਗੱਲ ਕਹੀ, ਮੈਂ ਨਹੀਂ ਜਾਣਾ ਚਾਹੁੰਦਾ। ਕੌਣ ਜਾਏਗਾ ਉੱਥੇ? ਕਿਉਂ? ਉੱਥੇ ਫਰੇਬੀਆਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਝੂਠਿਆਂ ਦੀ ਗਿਣਤੀ ਜ਼ਿਆਦਾ ਹੈ, ਧੋਖੇਬਾਜ਼, ਜੇਬ ਕਤਰੇ, ਰਿਸ਼ਵਤਖੋਰ, ਬੇਈਮਾਨ, ਇਹਨਾਂ ਦੀ ਭਰਮਾਰ ਹੈ। ਤੇ ਜਿਹੜੇ ਧਾਰਮਿਕ ਬੰਦੇ ਨੇ ਉਹ ਕਰਮੀ ਕਾਂਡੀ ਬਣ ਗਏ, ਸਿਰਫ ਪ੍ਰੇਮ ਉਹਨਾਂ ਵਿੱਚ ਨਹੀਂ ਰਿਹਾ। ਉਹਨਾਂ ਦੀ ਬਾਣੀ ਅੱਗੇ ਆਵੇਗੀ, 10 ਸਵਈਏ ਨੇ, ਉਹਦੇ ਵਿੱਚ ਉਹਨਾਂ ਨੇ ਬਚਨ ਕਿਹਾ ਹੈ ਕਿ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਦਕ, ਸੰਤ ਸਮੂਹ ਅਨੇਕ ਮਤੀ ਕੇ, सारे ही देश को देख रहे हो मत को न देखियत प्राण पति के, श्री भगवान की भाए कृपा हूं ते एक रति बिन एक रति के। धार्मिक बंदियां विच भी कणी कोई नहीं है, उन्हां विचों भी 90% लोकां ने पेट पालना की, इस तो वध कुछ नहीं है, इस तो ज़्यादा कुछ नहीं। तां सतगुरु ने एक बारी अकाल पुरख के चरणों विच ये बेनती की इत्थे जन्म लैण तो पहला कि मेरा चित नहीं करता, और बचन कह हजूर ने कहंदे चित ना भयो हमरो आवन कह, चुभी रही सुरत प्रभ चरणन में। बिल्कुल छड्डन नूं चित नहीं सी करदा। ये मनुखी जीवन का सब तो वड्डा स्वाद है, जिन्हों कबीर जी ने क्या कहते, कबीर चरण कमल की मौज को कहो कैसे अनुमान। गुरु ग्रंथ साहिब जी की बाणी ने ते मुक्ति नूं भी ठुकरा दिता, चरण कमल की मौज ज़्यादा दसी है, कोल रहना। कहंदे चरण कमल की मौज को कैसे अनुमान, कहबे को शोभा नहीं देखा ही परवान। ये इस तरह का आनंद है जिहदे अगे बादशाहियां फिक्कियां पै गईयां। जिन्हों ये सिंघासन मिल गया चरण कमल का, वो सिकंदर भी उहदे अगे रुलदा होया दिसिया। उहदे अगे दुनिया की दौलत मिट्टी बन गई, पर जिन्हों मिलिया इस दशा नूं पा लिया जिन्हां ने वो छड्डण नूं तैयार नहीं, और उन्होंने रब तो ये दात मंगी। कलगीधर पातशाह ने कहंदे मेरा चित इथों जाण नूं नहीं करदा, मन नहीं करदा। बड़े बड़े भागां दी निशानी है बंदे दा मन रब कोलों दूर जाण नूं ना करे। ये बड़े जे कर पै ना किते चित ख्याल रखना, इत्थे आइए जां किते बाणी दी गल चले, जे तुहाडा मन उत्थे बहन नूं रहन नूं कर पै, ते जे 1 घंटा मन टिकिया रहे ते 10 वारी शुकराना करना चाहिए। क्यों? क्योंकि ये बड़ी बड़ी दात है। बड़े आउंदे ने, टिके नहीं जाता, बैठे नहीं जाता। तुलसी जी ने बचन किया है, तुलसी पूर्व पाप ते हर जस सुने ना जाए, कह ऊंगे जे उठेगा ना तो सौ जाएगा, विच ख्यालों विच सौ जाएगा, सुनेगा नहीं। कह ऊंगे कह लर परै, जां फिर एक दूजे नूं उंगलां लाई जाएगा, आ करन वाला है, वो करन वाला है। नाम आप बहना उन्हें ना किसी नूं बहन देना है। सब तो वड्डी दात इत्थे वे कोई बंदा जुड़ जाए, बाकी काम बाद दे ने ना होण तां भी कोई डर नहीं। प्रसाद किसी नूं मिले ना मिले, लंगर मिल जाए चंगी गल है, ना मिले तां भी चंगी गल, पखा चले ना चले चंगी गल है, दोवें इक्को जिहे ने। गल सब तो वड्डी है सजना, जे 2 मिनट कोई बह गया ये तो वड्डा काम होर कोई नहीं है। 2 मिनट टिक गया मन किसी का, नाले फिर इस समय विच जिहड़ा हुण चल रहा इत्थे तां इस वक्त दे विच ते किसी आदमी का 10 मिनट एक थां ते मन टिक गया, उन्होंने नमस्कार करनी, देवता ही है, संत है, वो नहीं टिकदा।
ਇਸ ਕਰਕੇ ਘੱਟੋ ਘੱਟ ਇਸ ਦਰਬਾਰ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿ ਜੁੜੀਏ ਤੇ ਜੁੜਨ ਦਾ ਸਾਧਨ ਬਣੀਏ, ਨਾਲ ਤੋੜੀਏ ਨਾ ਕਿਸੇ ਨੂੰ। ਇਸ ਤਰ੍ਹਾਂ ਦਾ ਤਰੀਕਾ ਅਪਣਾਉਣਾ ਚਾਹੀਦਾ। ਸਾਡਾ ਆਉਣਾ ਬਹਿਣਾ ਵਰਤਣਾ ਇੱਥੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰਮੁਖ ਬੈਠੇ ਹੋਣ ਟਿਕ ਕੇ, ਜਿਵੇਂ ਆਪ ਬੈਠੇ ਹੋ, ਇੰਨੇ ਟਿਕੇ ਹੋਣ ਵੀ ਜਿਹੜਾ ਮੱਥਾ ਟੇਕਣ ਆਵੇ ਉਹ ਬਹਿ ਜਾਏ, ਪਰਤ ਕੇ ਉਹਦੇ ਤੋਂ ਉੱਠਿਆ ਨਾ ਜਾਏ, ਉਹਨਾਂ ਦੀ ਤਸੀਰ ਉਹਨਾਂ ਨੂੰ ਫੜ ਲੈ। ਇਹ ਵੀ ਇੱਕ ਸੇਵਾ ਹੈ। ਮੈਂ ਬੇਨਤੀ ਕਰਾਂ, ਲੰਗਰ ਵਰਤਾਉਣ ਦੀ ਸੇਵਾ ਹੈ, ਦਾਨ ਕਰਨ ਦੀ ਸੇਵਾ ਹੈ, ਕੀਰਤਨ ਕਰਨ ਦੀ ਸੇਵਾ ਹੈ, ਕੀਰਤਨ ਜਾਂ ਕਥਾ ਕਰਨ ਦੀ ਵੀ ਇੱਕ ਸੇਵਾ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਜਿੱਥੇ ਤੁਸੀਂ ਬੈਠੇ ਹੋ ਇਹ ਵੀ ਬੜੀ ਵੱਡੀ ਸੇਵਾ ਹੈ। ਜੇ ਤੁਸੀਂ ਜੁੜ ਗਏ ਤੇ ਜੁੜਨਾ ਵੀ ਇੱਕ ਸੇਵਾ ਹੈ, ਕਿਉਂਕਿ ਜੁੜਨ ਦੇ ਨਾਲ ਦੂਜੇ ਜੁੜਨਗੇ। ਜੇ ਅਸੀਂ ਨਾ ਜੁੜੇ ਤੇ ਦੂਸਰੇ ਨਹੀਂ ਜੁੜਨਗੇ। ਤਾਂ ਇਹਦੇ ਤੋਂ ਵੱਡੀ ਕੋਈ ਸੇਵਾ ਨਹੀਂ। ਆਪ ਜੁੜ ਜਾਣਾ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਜੁੜੇ ਹੋਏ ਵੱਲੋਂ ਵੇਖ ਕੇ ਹੀ ਬੰਦਾ ਜੁੜਦਾ ਹੈ, ਉਹਦੇ ਤੇ ਪ੍ਰਭਾਵ ਪੈਂਦਾ। ਇਹ ਬੜੀ ਵੱਡੀ ਦਾਤ। ਤੇ ਕਲਗੀਆਂ ਵਾਲੇ ਪਾਤਸ਼ਾਹ ਤਕਰੀਬਨ 42 ਸਾਲ ਆਪਣੀ ਦੇਹ ਵਿੱਚ ਰਹੇ ਸਰੀਰਕ ਤੌਰ ਤੇ ਅਨੰਦਪੁਰ ਸਾਹਿਬ ਉਹਨਾਂ ਨੇ ਚੁਣੀ ਤਾਂ ਸੀ ਥਾਂ ਸੁਹਾਵਣਾ ਸੀ। ਚੌਵਾਂ ਪਾਸੇ ਪਹਾੜ, ਬਨਸਪਤੀ, ਇਧਰ ਸਤਲੁਜ। ਪੌਂਟਾ ਸਾਹਿਬ ਵੀ ਉਹਨਾਂ ਨੇ ਤਾਂ ਚੁਣਿਆ, ਇੱਕ ਪਾਸੇ ਯਮੁਨਾ ਵਹਿੰਦੀ, ਇੱਕ ਪਾਸੇ ਪਹਾੜ ਹੈ, ਇੱਕ ਪਾਸੇ ਖੁੱਲਾ ਮੈਦਾਨ ਹੈ। ਬੇੜੀਆਂ ਰੱਖੀਆਂ ਸਨ, ਸੈਰ ਕਰਦੇ ਸੀ। ਤਾਂ ਇਤਿਹਾਸ ਦੇ ਕੁਝ ਇਸ ਤਰ੍ਹਾਂ ਦੇ ਵਾਕਿਆ ਨੇ ਕਿ ਕਈ ਵਾਰੀ ਲੰਗਰ ਦਾ ਵਕਤ ਹੋ ਜਾਂਦਾ ਸੀ ਤੇ ਜਿਹੜੇ ਲੰਗਰ ਪਕਾਉਣ ਵਾਲੇ ਸਿੰਘ ਸਨ ਉਹ ਸਤਿਗੁਰਾਂ ਦੇ ਕੋਲ ਆ ਕੇ ਬਹਿ ਜਾਂਦੇ ਤੇ ਲੰਗਰ ਨਹੀਂ ਸੀ ਪਕਾਉਂਦੇ, ਜਾਂਦੇ ਨਹੀਂ ਸਨ। ਕੋਲ ਬਹਿ ਜਾਣਾ, ਕਿੰਨਾ ਕਿੰਨਾ ਚਿਰ ਸਮਾਂ ਲੰਘ ਜਾਣਾ, ਬੈਠੇ ਰਹਿਣਾ, ਵੇਖੀ ਜਾਣਾ, ਦਰਸ਼ਨ ਦੀਦਾਰ ਕਰੀ ਜਾਣੇ। ਗੁਰੂ ਕੋਲ ਕੱਲਾ ਸੁਣਨਾ ਨਹੀਂ ਹੁੰਦਾ, ਵੇਖਣਾ ਵੀ ਹੁੰਦਾ ਹੈ। ਖਿਆਲ ਰੱਖਣਾ, ਗੁਰੂ ਦੇ ਦਰਸ਼ਨ ਇੱਕ ਬੜੀ ਵੱਡੀ ਮਹਾਨ ਚੀਜ਼ ਹੈ। ਗੁਰੂ ਦੇ ਦਰਸ਼ਨ ਤੇ ਬੜੀ ਦੂਰ ਨੇ, ਸਿੱਖ ਦੇ ਦਰਸ਼ਨ ਬੜੇ ਵੱਡੇ ਨੇ। ਹਜ਼ੂਰ ਨੇ ਬਚਨ ਕੀਤੇ ਨੇ ਗੁਰੂ ਰਾਮਦਾਸ ਜੀ ਨੇ ਕਿ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ, ਤਿੰਨ ਕੋ ਪਰਜਾ ਦੇਖਣ ਆਈ। ਦੁਨੀਆ ਦੇ ਲੋਕ ਉਹਨਾਂ ਨੂੰ ਸੁਣਨ ਨਹੀਂ ਆਉਂਦੇ, ਕੱਲਾ ਵੇਖਣ ਵਾਸਤੇ ਵੀ ਆਉਂਦੇ, ਕਿਉਂਕਿ ਉਹਨਾਂ ਦਾ ਵੇਖਣਾ ਸੁਣਨਾ ਹੀ ਹੁੰਦਾ ਹੈ। ਸਤਿਗੁਰੂ ਵੱਲ ਵੇਖਣਾ ਤੇ ਫਿਰ ਬਹੁਤ ਵੱਡੀ ਗੱਲ ਹੈ। ਸਤਿਗੁਰੂ ਨੂੰ ਵੇਖਦੇ ਰਹਿੰਦੇ। ਤੇ ਕਈ ਵਾਰੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਹਿਣਾ ਵੀ ਜਾਓ ਕੰਮ ਕਰ ਲਓ, ਕੋਈ ਪ੍ਰਸ਼ਾਦਾ ਤਿਆਰ ਕਰੋ, ਲੇਟ ਹੋ ਗਈ ਗੱਲ। ਬੜੀ ਮੁਸ਼ਕਲ ਨਾਲ ਕਈਆਂ ਨੂੰ ਭੇਜਣਾ, ਫਿਰ ਵੀ ਕਈਆਂ ਨੇ ਬੈਠੇ ਰਹਿਣਾ। ਇੱਕ ਦਿਨ ਭਾਈ ਦਇਆ ਸਿੰਘ ਜੀ ਨੇ ਪੁੱਛ ਲਿਆ, ਬੈਠੇ ਸਨ ਕਿਸੇ ਖੁੱਲੇ ਮੈਦਾਨ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ, ਕਹਿੰਦੇ ਮਹਾਰਾਜ ਇੱਕ ਗੱਲ ਦਾ ਜਵਾਬ ਦਿਓ, ਤੁਹਾਡੇ ਕੋਲ ਬਹਿ ਜਾਈਏ ਉੱਠਣ ਨੂੰ ਚਿੱਤ ਨਹੀਂ ਕਰਦਾ। ਦੁਨੀਆ ਦੇ ਕਈ ਇਸ ਤਰ੍ਹਾਂ ਦੇ ਗੁਰੂ ਨੇ ਜਿਹੜੇ ਵੇੜ ਵੇੜ ਕੇ ਲੋਕਾਂ ਨੂੰ ਆਪਣੇ ਕੋਲ ਪਾਉਂਦੇ ਨੇ, ਲੋਕਾਂ ਨੂੰ ਇਕੱਠੇ ਕਰਦੇ ਨੇ, ਪਰ ਤੁਹਾਡੇ ਕੋਲ ਬਹਿਦਾ ਸਭ ਭੁੱਲ ਜਾਂਦਾ, ਖਾਣਾ ਪੀਣਾ, ਜਾਨ ਨੂੰ ਚਿੱਤ ਨਹੀਂ ਕਰਦਾ। ਉੱਥੇ ਕਹਿੰਦੇ ਕਲਗੀਧਰ ਪਾਤਸ਼ਾਹ ਬੜੇ ਡੂੰਘੇ ਪਿਆਰ ਵਿੱਚ, ਧਿਆਨ ਵਿੱਚ ਜੁੜ ਗਏ। ਰੱਬ ਦੇ ਚਰਨਾਂ ਨਾਲ ਚਿਹਰਾ ਹੋਰ ਦਾ ਹੋਰ ਹੋ ਗਿਆ, ਅੱਖਾਂ ਵਿੱਚ ਸਰੂਰ ਚੜ੍ਹ ਆਇਆ, ਮੱਥਾ ਚਮਕਣ ਲੱਗ ਪਿਆ ਤੇ ਪੁਰਾਣੀ ਦੁਨੀਆ ਵਿੱਚ ਚਲੇ ਗਏ। ਕਹਿਣ ਲੱਗੇ ਗੁਰਸਿੱਖੋ, ਗੱਲ ਇਹ ਹੈ ਵੀ ਪਹਿਲੀ ਗੱਲ ਤੇ ਤੁਹਾਡੇ ਭਾਗ ਵੱਡੇ, ਜੇ ਭਾਗ ਤੁਹਾਡੇ ਵੱਡੇ ਨਾ ਹੋਣ ਮੇਰੇ ਕੋਲ ਬਹਿਣ ਨੂੰ ਚਿੱਤ ਨਹੀਂ ਕਰੇਗਾ। ਵਿੱਚੋਂ ਵਿੱਚ ਮਨ ਨਿਕਲ ਜਾਏਗਾ, ਕਦੀ ਇੱਧਰ ਵੇਖੇਗਾ, ਕਦੀ ਉੱਧਰ ਧਿਆਨ, ਕੌਣ ਆਇਆ ਕੌਣ ਗਿਆ ਹੈ। ਇਹ ਭਾਗ ਤੁਹਾਡੇ ਬੜੇ ਮਹਾਨ। ਦੂਜਾ ਤੁਸੀਂ ਸਵਾਲ ਕੀਤਾ ਕੋਲੋਂ ਜਾਣ ਨੂੰ ਚਿੱਤ ਨਹੀਂ ਕਰਦਾ, ਕਹਿੰਦੇ ਤਾਂ ਹੀ ਹੋਇਆ ਜਿੱਦਣ ਮੈਂ ਆਇਆ ਸੀ ਦੁਨੀਆ ਵਿੱਚ ਰੱਬ ਕੋਲੋਂ ਆਉਣ ਨੂੰ ਮੇਰਾ ਵੀ ਚਿੱਤ ਨਹੀਂ ਸੀ ਕਰਦਾ। ਚਿੱਤ ਨਾ ਭਇਓ ਹਮਰੋ ਆਵਣ ਕੈ, ਜਿਹਦਾ ਚਿੱਤ ਰੱਬ ਕੋਲੋਂ ਜਾਣ ਨੂੰ ਨਹੀਂ ਕਰਦਾ ਉਹਦੇ ਕੋਲੋਂ ਦੂਜਿਆਂ ਦਾ ਜਾਣ ਨੂੰ ਚਿੱਤ ਨਹੀਂ ਕਰਦਾ। ਸੱਚਾਈ ਹੈ। ਤਾਂ ਹੀ ਇਹ ਸਭ ਤੋਂ ਵੱਡੀ ਦਵਾਈ ਹੈ ਜੀਵਨ ਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਕਿਹਾ ਸੀ ਦੁੱਖ ਨਹੀਂ ਮਿਟਦੇ,
दुख नहीं जाते, किरपा करो। ते सतगुरु ने दवाई दस दी, कहंदे ए मन मेरिया तू सदा रहो हर नाले, हर नाल रहो तू मन मेरे, दुख सब विसारना। हजूर ने कहा बई दुखा नू हटाओ ना, रब नाल रवो, फिर की होएगा? पहली गल तो दुख चला ही जाएगा, जे गया नहीं तो भुल जाएगा, याद नहीं रहेगा, चेता नहीं रहेगा। दुख सब विसारना। फिर दूजे ने बेनती की, काम नहीं चलता, काम नहीं सवरदे। ते फिर सतगुरु ने कहा, कहंदे अंगीकार ओह करे तेरा, कारज सब सुवारना। काम भी तेरे ठीक कर देगा वो। बड़ियां उहदे विच शक्तियां ने, बड़ियां उहदे विच बरकतां ने। दुख भी दूर कर सकता है ते तेरे काम भी साध सकता है, सवार सकता है। पर शर्त यह है कि ए मन मेरिया तू सदा रो हर नाले। साडियां अरदासां ये दो ही ने सिर्फ, दुख हटे ते कम चले। अरदास ते ये है, पर गुरु ने जिहड़ी दवाई दसी है कि ए मन मेरिया तू सदा रो हर नाले। सिख कहता महाराज अगे वालियां दोवें गल्लां कर दिओ, तुसीं है वो याद करन वाले करी जाओ, सानू की लोड़ है? गुरु काहदे वास्ते है? तुसीं करो याद, तुहाडी गोलक विच माया पा देंगे, याद तुसीं करो, दुख साडे हट जाण। सतगुरु ने कहा नहीं, मैं तुहानू इस तरह का लिंब पोच नहीं करना, मैं झूठ नहीं बोलना, तुहाडे नाल धोखा नहीं देना। सज्जनों याद करो, तुहाडे विच याद शक्ति पाई है रब ने, आप कर लो तुसी, मैं तुहाडी सहायता कर सकना, है सच है। गुरु कादे वास्ते? सहयोग दे सकता है, सहायता कर सकता है, सिर ते हथ रखेगा, जिंदगी नू सल्फ कर देगा, धक्का देगा एक बारी अगे करेगा। पर जे तुरन वाला ही बेईमान है तो गुरु किन्ने कु धक्के लाए, उन्होंने कित्थों तक लैके जाएगा? तुरन वाला बेईमान है, तुरना ही नहीं चाहता, तो गुरु किन्ने कु धक्के लाएगा? धक्का तो सिर्फ यह होंदा भी स्टार्ट करने वास्ते, अगों तो उन्हें आप चलना है। तो ये दोवें काम जिहड़े मैं बेनती कर रहा सी, कलगीधर पातशाह ने ये बचन कहे, कहंदे जिहड़े नाल रहे उन्हां दे दुख खत्म हो गए, जिहड़े उहदे नाल रहे उन्हां दे सारे कारज सवारे गए, उन्हां दे मन विच शांत सुख दोवें वस गए, उन्हां दियां इच्छा सारियां पुजाइयां गईयां। इस ढंग दे नाल कलगीधर पातशाह दा जीवन भगती विच रंगिया होया। कहंदे ने पौंटा साहिब दी धरती ते एक दिन बैठिया बैठिया मैं गल कर रहा सी आवाज़ दी, धुनी दी, जिवें गुरु नानक साहिब जी दी 13-13 विच लगी, भगत कबीर जी दी अपनी खड्डी विच लग गई। जिन्हां दा ध्यान जुड़दा, कई वारी चलदे होए पखे नाल उन्हां दा ध्यान जुड़ जांदा उहदी आवाज़ विच। गल ते बंदे दे अपने ध्यान दी है। जिद्दन ध्यान सुर हो गया, चलदी कोई गड्डी जे वो ड्राइविंग करनगे उहदे नाल ध्यान जुड़ जाएगा, जिथे भी उन्होंने जोड़ना जोड़ सकते हैं। पर जे अपने ध्यान विच नाम नहीं, फिर चलेगा इधर शब्द कीर्तन दा, गुरबाणी दा शब्द चलेगा। कई बारी मैं कई सज्जन कहंदे सुने ने, कहंदे आ जिहड़ा शब्द है ये फलाने गाने दी ट्यून ते गाया जा रहा है। मैं कहा भी ये तो गल ठीक है भी गाणियां दी ट्यून ते शब्द नहीं गाने चाहिए, गुरु ग्रंथ साहिब विच राग दिते ने। पर तू मैनू एक जवाब दे भी पहला तू गाना सुनिया तां ही तेनू पता लगा है ना, तेनू कितों पता लग गया भी गाने दी ट्यून ते है? जे सुनिया नहीं सी, जे बार बार दोहराया नहीं सी, ते याद किवें होया? तां आदमी बाणी विचों भी गीत लभदा है, अपने गीत खोज लैंदा, जो कुछ अंदर चलदा है वो बाहर चलदा है। ਉਹਦੀ ਆਪਣੀ ਦੁਨੀਆ जिस चीज़ नाल भरी हुई है वो गुरु ग्रंथ साहिब जी की बाणी के कीर्तन के विचों भी उन्होंने गीतों को चुन लेगा भी ये फलाना गीत, वो ही साज बजाएगा, उस तरह ਉਂਗਲਾਂ बजाएगा। सिੱਖੀ कोई होर चीज़ सी, असी इस कीर्तन को कला समझ लिया, बड़ी बड़ी गलती है। गुरु घर की कथा
ਤੇ ਕੀਰਤਨ ਕਲਾ ਤੇ ਇਹਦਾ ਸਿਰਫ 10ਵਾਂ ਹਿੱਸਾ ਸੀ। ਅਸੀਂ ਇਹਨੂੰ ਸਾਰੇ ਨੂੰ ਕਲਾ ਬਣਾ ਕੇ ਰੱਖ ਦਿੱਤਾ। ਬਸ ਉਂਗਲਾਂ ਗਿਣਨ ਤੇ ਰਹਿ ਗਏ, ਕਿੰਨੀਆਂ ਉਂਗਲਾਂ ਨੇ, ਕਿੰਨੇ ਤਾਲ ਨੇ। ਜਿੱਧਰ ਇਹ ਕੀਰਤਨ ਇਸ਼ਾਰਾ ਕਰ ਰਿਹਾ ਸੀ, ਭਾਈ ਮਰਦਾਨਾ ਅਸੀਂ ਕਹਿੰਦੇ ਹਾਂ ਰਾਗ ਲੋਕ ਸੁਣਦੇ ਨਹੀਂ, ਸੁਣਨਗੇ ਕਿਹਨੂੰ? ਕੋਈ ਭਾਈ ਮਰਦਾਨੇ ਦੀ ਔਲਾਦ ਹੋਵੇਗੀ ਤੇ ਤਾਂ ਕੋਈ ਸੁਣੇਗਾ ਰਾਗ, ਨਹੀਂ ਤੇ ਕਿਸੇ ਨੇ ਸੁਣਨੇ। ਖਿਆਲ ਰੱਖਣਾ, ਭਾਈ ਮਰਦਾਨੇ ਦੀ ਔਲਾਦ ਦੇ ਅਰਥ ਸਮਝਦੇ ਹੋ? ਮੈਂ ਉਹਨਾਂ ਦੇ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ। ਜਿਵੇਂ ਭਾਈ ਮਰਦਾਨਾ ਗੁਰੂ ਨਾਨਕ ਦੇ ਚਰਨਾਂ ਨਾਲ ਇੱਕਮਿਕ ਹੋ ਗਿਆ, ਉਹਨਾਂ ਦਾ ਸਿੱਖ ਹੋ ਗਿਆ, ਬ੍ਰਹਮ ਗਿਆਨੀ ਬਣ ਗਿਆ, ਤਾਂ ਜਿੱਥੇ ਉਹਦੀ ਤਾਰ ਵੱਜੀ, ਦਸਤਗੀਰ ਵਰਗੇ ਫਕੀਰ ਜਿੱਥੇ ਸੰਗੀਤ ਦੀ ਪਾਬੰਦੀ ਸੀ ਬਗਦਾਦ ਦੇ ਅੰਦਰ, ਮਜਬੂਰ ਹੋ ਗਿਆ ਸੁਣਨ ਵਾਸਤੇ। ਦਸਤਗੀਰ ਦੇ ਚੇਲੇ ਛੱਡ ਕੇ ਭੱਜ ਗਿਆ, ਉਹਨੂੰ ਕਹਿੰਦੇ ਅਸੀਂ ਨਹੀਂ ਸੁਣਨਾ। ਅਸੀਂ ਤੇ ਉਸ ਦੀ ਆਵਾਜ਼ ਵਿੱਚ ਤਸੀਰ ਹੀ ਬੜੀ ਹੈ। ਉਹ ਹੈ ਰਾਗ ਦਾ ਮਾਹਿਰ। ਇਸ ਲਈ ਰਾਗ ਦੇ ਕੀਰਤਨ, ਰਾਗਾਂ ਵਿੱਚ ਕੀਰਤਨ ਚੰਗੀ ਗੱਲ ਹੈ, ਪਰ ਇੱਕ ਗੱਲ ਖਿਆਲ ਰੱਖਣਾ, ਜਿੰਨਾ ਚਿਰ ਮਰਦਾਨੇ ਨੇ ਗਾਉਣ ਵਾਲੇ ਦੇ ਵਿੱਚੋਂ ਜਨਮ ਨਾ ਲਿਆ, ਮਰਦਾਨੇ ਦੀ ਅਵਸਥਾ ਵਿੱਚ ਗਾਉਣ ਵਾਲਾ ਨਾ ਗਿਆ, ਤੇ ਉਹਨਾਂ ਦੀ ਅਵਸਥਾ ਕੀ ਸੀ? ਉਹਦੀ ਇੱਕ ਮੰਗ ਰਹੀ ਸੀ ਦਿਨ ਰਾਤ। ਦੁਨੀਆ ਦੇ ਲੋਕਾਂ ਨੇ ਤੇ ਕਹਿ ਦਿੱਤਾ ਮਰਦਾਨਾ ਰੋਟੀ ਹੀ ਮੰਗਦਾ ਰਿਹਾ ਗੁਰੂ ਨਾਨਕ ਤੋਂ, ਪਾਣੀ ਹੀ ਮੰਗਦਾ ਰਿਹਾ, ਕਿਉਂਕਿ ਅਸੀਂ ਆਪ ਰੋਟੀਆਂ ਮੰਗਣੀਆਂ ਨੇ, ਤਾਂ ਵਿਆਖਿਆ ਉਹ ਕੀਤੀ। ਜੋ ਕੁਝ ਉਹਨਾਂ ਨੇ ਮੰਗਿਆ ਉਹ ਕੀ ਸੀ? ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਕਿਹਾ, ਮਰਦਾਨਿਆਂ ਦੱਸ ਕੀ ਚਾਹੀਦਾ ਹੈ? ਤੇ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ, ਸਤਿਗੁਰੂ ਮੈਨੂੰ ਆਪਣੇ ਵਰਗਾ ਬਣਾ ਲੈ, ਜਿਵੇਂ ਦਾ ਤੂੰ ਹੈ। ਜਾਂ ਤਾਂ ਮੈਨੂੰ ਆਪਣੇ ਵਰਗਾ ਬਣਾ, ਨਹੀਂ ਤੇ ਮੇਰੀ ਤੇਰੇ ਨਾਲ ਨਹੀਂ ਨਿਭਦੀ। ਇਹ ਉਹਨਾਂ ਦੇ ਸ਼ਬਦ ਨੇ। ਮੈਨੂੰ ਆਪਣੇ ਵਰਗਾ ਬਣਾ। ਕਦੀ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਦੇ ਤੁਸੀਂ ਹੋ ਮੈਨੂੰ ਉਸ ਤਰ੍ਹਾਂ ਦੇ ਬਣਾ ਲਓ। ਜਿਹੜਾ ਕੋਈ ਤੁਹਾਡੀ ਬਾਣੀ ਵਿੱਚ ਲਿਖਿਆ ਉਹ ਮੇਰੀ ਜ਼ਿੰਦਗੀ ਵਿੱਚ ਉਤਰ ਆਵੇ। ਇਹ ਅਰਦਾਸ ਕਦੀ ਕੀਤੀ ਹੋਵੇ ਤਾਂ ਫਿਰ ਵੱਜੇਗਾ ਸਾਜ਼। ਸੁਣਨ ਤੋਂ ਬਿਨਾਂ ਕੋਈ ਨਿਕਲ ਗਿਆ ਤੇ ਫਿਰ ਕਹਿ ਦੇਣਾ, ਸੁਣਨਾ ਪਏਗਾ, ਮਜਬੂਰ ਹੋ ਜਾਏਗਾ। ਇਕੱਲੇ ਬੰਦਿਆਂ ਨੂੰ ਨਹੀਂ, ਬ੍ਰਹਿਮੰਡ ਨੂੰ ਸੁਣਨਾ ਪਏਗਾ। ਜਿੱਥੇ ਗੁਰੂ ਨਾਨਕ ਦਾ ਹੱਥ ਟਿਕ ਗਿਆ ਉੱਥੇ ਇਕੱਲੇ ਆਦਮੀਆਂ ਦੀ ਗੱਲ ਨਹੀਂ, ਪੰਛੀਆਂ ਨੂੰ ਸੁਣਨਾ ਪਏਗਾ, ਪਸ਼ੂਆਂ ਨੂੰ ਸੁਣਨਾ ਪਏਗਾ, ਭੂਤਾਂ ਪ੍ਰੇਤਾਂ ਨੂੰ ਵੀ ਸੁਣਨਾ ਪਏਗਾ, ਸਾਰਿਆਂ ਨੂੰ ਸੁਣਨਾ ਪਏਗਾ। ਕੌਣ ਜਾਏਗਾ ਸੁਣਨ ਤੋਂ ਬਿਨਾਂ? ਇਸ ਬ੍ਰਹਿਮੰਡ ਦੀ ਦਿਸਦੀ ਤੇ ਅਣਦਿਸਦੀ ਦੁਨੀਆ ਉਸ ਦੀ ਆਵਾਜ਼ ਨੂੰ ਦਿਨ ਰਾਤ ਖੋਜਦੀ ਰਹੇਗੀ ਜਿੱਥੇ ਗੁਰੂ ਦਾ ਹੱਥ ਟਿਕਿਆ। ਤੇ ਜੇ ਗੁਰੂ ਦਾ ਹੱਥ ਨਾ ਟਿਕਿਆ, ਕਲਾ ਜਿੰਨੀ ਮਰਜ਼ੀ ਆ ਗਈ, ਸੁਣਨਾ ਨਹੀਂ ਕਿਸੇ ਨੇ। ਫਿਰ ਕਹਾਂਗੇ ਜੀ ਲੋਕ ਮਹਿੰਗੀ ਵਸਤੂ ਦੇ ਗਾਹਕ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਕੀ ਹੁੰਦਾ ਹੈ, ਸੁਣ ਕਿਵੇਂ? ਨਹੀਂ, ਇਹ ਗੱਲ ਨਹੀਂ ਹੈ, ਪਤੇ ਦੀ ਗੱਲ ਨਹੀਂ ਹੈ। ਭਾਈ ਮਰਦਾਨੇ ਨੇ ਜਿੱਦਣ ਕੀਰਤਨ ਕੀਤਾ ਸੀ ਪਿੰਡਾਂ ਵਿੱਚ ਜਾ ਕੇ, ਲੋਕਾਂ ਨੂੰ ਰਾਗ ਥੋੜ੍ਹੀ ਆਉਂਦਾ ਸੀ। ਕਿਹਨੂੰ ਸਿਖਾਇਆ ਸੀ? ਪਤਾ ਹੀ ਨਹੀਂ ਸੀ ਕਿਸੇ ਨੂੰ, ਸਿੱਖਿਆ ਨਹੀਂ ਸੀ ਕਿਸੇ ਨੇ। ਬਸ ਉਹਦੇ ਗਲੇ ਵਿੱਚੋਂ ਗੁਰੂ ਨਾਨਕ ਬੋਲੇ, ਸਾਰਿਆਂ ਨੂੰ ਸੁਣਨਾ ਪਿਆ। ਤੁਸੀਂ ਇਤਿਹਾਸਕ ਸਾਖੀਆਂ ਸੁਣੀਆਂ ਹੋਣਗੀਆਂ ਵੀ ਸ਼ੇਰ ਇਕੱਠੇ ਹੋ ਗਏ ਸੁਣਨ ਵਾਸਤੇ। ਭਾਈ ਮਰਦਾਨੇ ਨੇ ਸ਼ੇਰ ਹੋ ਗਏ ਇਕੱਠੇ, ਸ਼ੇਰ ਵੀ ਆਏ ਹੋਣਗੇ, ਪਰ ਕਈਆਂ ਬੰਦਿਆਂ ਵਿੱਚ ਵੀ ਸ਼ੇਰ ਹੁੰਦੇ ਨੇ, ਉਹ ਬੰਦੇ ਆ ਗਏ ਸੁਣਨ ਵਾਸਤੇ। ਸ਼ੇਰ ਦਾ ਮਤਲਬ ਦਿਨ ਰਾਤ ਖਾਲੀ ਦੇੜ ਨਹੀਂ ਕਿਸੇ ਦੀ। ਇਹ ਸੁਭਾਅ, ਖੁੰਖਾਰ ਸੁਭਾਅ ਵਾਲੇ ਲੋਕ ਜਿਹੜੇ ਕਦੀ ਨਹੀਂ ਸਨ ਢਲਦੇ ਕਿਸੇ ਤੋਂ, ਮਰਦਾਨੇ ਤੇ ਕਾਬੂ ਆ ਗਏ, ਢਲ ਗਏ। ਉਹਨਾਂ ਦਾ ਵੀ ਸੁਭਾਅ ਤਬਦੀਲ ਹੋ ਗਿਆ। ਤਾਂ ਇਹਦਾ ਕਾਰਨ ਕੀ ਹੈ? ਕਲਗੀਧਰ ਪਾਤਸ਼ਾਹ ਦੇ ਇਹਨਾਂ ਸ਼ਬਦਾਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ। ਜਿਸ ਦਿਨ ਬੰਦੇ ਦੇ ਅੰਦਰ ਸ਼ਬਦ ਦੀ ਪਕੜ ਹੋ ਜਾਏ, ਬਾਹਰਲਾ ਸ਼ਬਦ ਤੇ ਅੰਦਰਲਾ ਸ਼ਬਦ ਜੁੜ ਗਿਆ, ਜਿਹਨੂੰ ਵਰਣਾਤਮਕ ਸ਼ਬਦ ਕਹਿੰਦੇ, ਵਰਣਨ ਕਰ ਰਹੇ ਹਾਂ, ਬੋਲ ਰਹੇ ਹਾਂ, ਨਾਮ ਪੁਕਾਰਿਆ ਜਾ ਰਿਹਾ, ਤੇ ਧੁਨ ਆਤਮਕ ਜਿਹੜਾ ਕਿਸੇ ਆਵਾਜ਼ ਨਾਲ ਸੰਬੰਧਿਤ ਹੈ, ਉਹ ਆਵਾਜ਼ ਕੰਨਾਂ ਦੀ ਵੀ ਨਹੀਂ। ਇਹ ਵਿਸ਼ਾ ਗਹਿਰਾ ਹੈ ਕਿ ਧੁਨ ਆਤਮਕ ਕੀ ਹੈ, ਆਵਾਜ਼ ਵਾਲਾ ਸ਼ਬਦ ਕੀ ਹੈ। ਇਸ ਕਰਕੇ ਜਿਨ੍ਹਾਂ ਨੇ ਜਪਿਆ
ਉਹਨਾਂ ਨੂੰ ਇਹਦੀ ਪਕੜ ਆ ਗਈ, ਤੇ ਜਿਨ੍ਹਾਂ ਨੂੰ ਇਹ ਨਾਮ ਮਿਲ ਗਿਆ ਫਿਰ ਉਹਨਾਂ ਦਾ ਕੀਰਤਨ ਬੜਾ ਮਹਾਨ ਹੈ। ਉਸੇ ਨੂੰ ਹਜੂਰ ਨੇ ਕਿਹਾ, ਭਲੋ ਭਲੋ ਰੇ ਕੀਰਤਨੀਆਂ, ਇਹ ਕੀਰਤਨੀਆਂ ਬਹੁਤ ਚੰਗਾ ਹੈ, ਨਮਸਕਾਰ ਕਰਨ ਦੇ ਯੋਗ ਹੈ। ਜਿਹਨੂੰ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਜੇ ਉਹ ਕੀਰਤਨ ਇੱਕ ਅੱਖ ਦੇ ਝਪਕਣ ਜਿੰਨੇ ਸਮੇਂ ਵਿੱਚ ਵੀ ਅੰਦਰ ਟਿਕ ਗਿਆ, ਖੁੱਲ ਜਾਣਗੀਆਂ ਰੱਸੀਆਂ, ਟੁੱਟ ਜਾਣਗੇ ਮੱਤ ਦੇ ਉੱਤੇ ਪਏ ਹੋਏ ਸੰਗਲ, ਮਨੁੱਖ ਦਾ ਜੀਵਨ ਖੁੱਲਾ ਹੋ ਜਾਏਗਾ, ਆਜ਼ਾਦੀ ਮਿਲ ਜਾਏਗੀ, ਸੁਤੰਤਰਤਾ ਪ੍ਰਾਪਤ ਹੋ ਜਾਏਗੀ, ਖੁਸ਼ੀਆਂ ਨਸੀਬ ਹੋ ਜਾਣਗੀਆਂ। ਇਸ ਲਈ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿੰਦੇ ਜਹ ਕੀਰਤਨ ਤੇਰਾ ਸਾਧੂ ਗਾਵੇ। ਸਵਾਦ ਤੇ ਤਾਂ ਹੈ ਗੁਰੂ ਸੁਣਨ ਵਾਸਤੇ ਆਵੇ। ਹਜੂਰ ਕਹਿੰਦੇ ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੈ। ਗੁਰੂ ਦਾ ਵੀ ਮਨ ਉੱਥੇ ਖਲੋ ਜਾਂਦਾ ਹੈ। ਫਿਰ ਤੇ ਗੁਰੂ ਨੂੰ ਆਪ ਹੀ ਉਪਰਾਲਾ ਕਰਨਾ ਪੈਂਦਾ ਵੀ ਇਹ ਸੁਣਨ ਵਾਸਤੇ ਮਿਲੇ। ਕਿਵੇਂ ਬੋਲੇ, ਕਿਵੇਂ ਆਪ ਹੀ ਬਣਾਉਂਦਾ ਤਰੀਕਾ, ਆਪ ਹੀ ਤਰਤੀਬ ਬਣਾ ਲੈਂਦਾ ਵੀ ਇਸ ਬੰਦੇ ਤੋਂ ਸੁਣੀਏ, ਢੰਗ ਬਣਾਈਏ, ਕੋਈ ਤਰੀਕਾ ਬਣਾਈਏ। ਗੁਰੂ ਦੀ ਲੋੜ ਪੈ, ਉਸ ਨੂੰ ਲੋੜ ਪੈ ਗਈ, ਉਹਦੇ ਤੋਂ ਸੁਣਨਾ ਚਾਹੁੰਦਾ ਹੈ। ਜੈ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲਾਗੈ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਪਿਆਰ ਵਿੱਚ ਆ ਕੇ ਭਿੱਜ ਕੇ ਇੱਕ ਦਿਨ ਬਹਿ ਗਏ। ਕਵੀ ਵੀ ਕੋਲ ਸਨ, ਸੁਣਨ ਵਾਲੇ ਵੀ, ਵਿਦਵਾਨ ਵੀ, ਤੇ ਮੂੰਹ ਤੋਂ ਸ਼ਬਦ ਨਿਕਲੇ, ਕਹਿੰਦੇ ਜਲਸ ਤੂੰ ਹੀ, ਥਲਸ ਤੂੰ ਹੀ। ਪਾਣੀ ਵਿੱਚ ਵੀ ਤੂੰ ਜਾ ਰਿਹਾ ਹੈ, ਜ਼ਮੀਨ ਵਿੱਚ ਵੀ ਤੂੰ ਹੈ। ਕਹਿੰਦੇ ਜਲਸ ਤੂੰ ਹੀ, ਥਲਸ ਤੂੰ ਹੀ। ਇਹ ਤੂੰ ਹੀ ਦੀ ਆਵਾਜ਼ ਨਾਲ ਸੁਰਤ ਜੁੜ ਗਈ, ਤੇ ਫਿਰ ਕਹਿੰਦੇ ਕਹਿਣ ਲੱਗੇ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। 16 ਵਾਰੀ ਕਿਹਾ। ਇੱਥੇ 16 ਵਾਰੀ ਤੇ ਲਿਖਿਆ ਹੋਇਆ ਅਕਾਲ ਉਸਤਤ ਦੇ ਅੰਦਰ, ਪਰ ਜਿਹੜੇ ਨਾਲ ਸਨ ਉਹਨਾਂ ਦੀ ਰਵਾਇਤ ਨੇ ਦੱਸਿਆ ਕਿ 16 ਵਾਰੀ ਨਹੀਂ, ਜਿਉਂ ਬੈਠੇ ਜਿਉਂ ਕਹਿਣ ਲੱਗੇ 16,000 ਵਾਰੀ ਕਹਿ ਦਿੱਤਾ। ਤੇ ਲਿਖਣ ਵਾਲੇ ਕਈ ਬੈਠੇ ਸਨ, ਵਿਚਾਰੇ ਲਿਖਦੇ ਗਏ, ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਗਏ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। ਇਹ ਸ਼ਬਦ ਗੂੰਜ ਗਿਆ, ਧਿਆਨ ਲੱਗ ਗਿਆ ਉਹਨਾਂ ਦਾ। ਤਾਂ ਉੱਥੇ ਇਹ ਦਸ਼ਾ ਬਣ ਗਈ ਜਿਹਨੂੰ ਕਬੀਰ ਜੀ ਨੇ ਕਿਹਾ, ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿਉਂ ਬੈਠੇ ਸਵੇਰੇ ਸ਼ਾਮ ਹੋ ਗਈ, ਤੂੰ ਹੀ ਦਾ ਭੋਗ ਨਹੀਂ ਪੈਂਦਾ, ਸਮਾਪਤੀ ਨਹੀਂ ਹੁੰਦੀ। ਇਹਨੂੰ ਕਹਿੰਦੇ ਨੇ ਅਖੰਡ ਨਾਮ। ਅਖੰਡ ਦਾ ਮਤਲਬ ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਜਿਹਨੂੰ ਤੋੜਿਆ ਨਹੀਂ ਜਾ ਸਕਦਾ, ਜਿਹਦੇ ਟੁਕੜੇ ਨਹੀਂ ਹੁੰਦੇ, ਜਿਹਦੇ ਖੰਡ ਨਹੀਂ ਬਣਦੇ। ਔਰ ਉਹ ਹੀ ਨਾਮ ਹੈ ਜਿਹਨੂੰ ਤੋੜਿਆ ਨਾ ਜਾਏ। ਵਿਗਿਆਨ ਵਾਲਿਆਂ ਨੇ ਇੱਕ ਕਣ ਲੱਭਿਆ ਇਸ ਬ੍ਰਹਿਮੰਡ ਦੇ ਵਿੱਚ, ਬੜੇ ਸਾਲਾਂ ਦੇ ਤੋੜੀ ਜਾਂਦੇ ਨੇ, ਟੁੱਟਦਾ ਨਹੀਂ। ਜਦੋਂ ਤੋੜਦੇ ਨੇ ਉਹ ਫਿਰ ਪੂਰਾ ਰਹਿ ਜਾਂਦਾ ਹੈ, ਜਦੋਂ ਤੋੜਦੇ ਨੇ ਫਿਰ ਪੂਰਾ ਰਹਿ ਜਾਂਦਾ। ਤੋੜ ਤੋੜ ਕੇ ਥੱਕ ਗਏ ਨੇ, ਨਹੀਂ ਟੁੱਟਾ, ਨਾ ਉਹਨੇ ਟੁੱਟਣਾ ਹੈ। ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਸ ਇੱਕ ਨੇ ਸਾਰਾ ਪਸਾਰਾ ਕੀਤਾ ਹੈ, ਉਹ ਤੋੜਿਆ ਨਹੀਂ ਜਾਏਗਾ, ਟੁੱਟੇਗਾ ਨਹੀਂ। ਉਹਦੇ ਨਾਲ ਜਦੋਂ ਜੁੜੇ ਕਲਗੀਆਂ ਵਾਲੇ ਪਾਤਸ਼ਾਹ, ਤੇ 16,000 ਵਾਰੀ ਹਜ਼ੂਰ ਦਾ ਧਿਆਨ ਕਿਤੇ ਬਾਹਰ ਮੁਖੀ ਹੋਇਆ। ਕਿੰਨੇ ਘੰਟੇ ਗੁਜ਼ਰ ਗਏ, ਸਾਰਾ ਦਿਨ ਲੰਘ ਗਿਆ। ਇੱਥੇ ਗਿਣਨ ਦੀ ਮਿਣਨ ਦੀ ਲੋੜ ਨਹੀਂ, ਤੇ ਨਾ ਖੇਚਲ ਕਰਨੀ ਕਿਤੇ। ਕੋਈ ਸੱਜਣ ਫਿਰ ਹਿਸਾਬ ਲਾਉਣ ਲੱਗ ਪੈਣਗੇ, ਕਿੰਨਾ ਸਮਾਂ ਲੱਗਦਾ 16,000 ਵਾਰੀ ਕਹਿੰਦੇ।
ਕਿਤੇ ਇਹਦਾ ਅਖੰਡ ਪਾਠ ਨਾ ਰੱਖ ਕੇ ਬੈਠ ਜਾਣਾ ਵੀ ਮੈਂ ਹੁਣ 16,000 ਵਾਰੀ ਕਹਿਣਾ। ਉਹ ਗੱਲ ਗੁਰੂ ਦੀ ਸੀ। ਸਿੱਖ ਨੇ ਸਿੱਖ ਵਾਲੇ ਕੰਮ ਕਰਨਾ ਹੈ। ਗੁਰੂ ਦਾ ਕੰਮ ਗੁਰੂ ਵਾਲਾ ਹੈ। ਪਰ ਬੰਦੇ ਦੀ ਰੀਸ ਹੈ ਇਸ ਤਰ੍ਹਾਂ ਦੀ, ਆਦਤ ਹੈ। ਕੰਮ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਵੀ ਇਹ ਕੰਮ ਸਿੱਖ ਵਾਲਾ ਕਿ ਗੁਰੂ ਵਾਲਾ, ਤਾਂ ਫਿਰ ਕਰਨਾ ਚਾਹੀਦਾ। ਇਹ ਗੁਰੂ ਨੇ ਕੀਤਾ। ਮੈਨੂੰ ਪਤਾ, ਮੈਂ ਤਾਂ ਕਹਿ ਰਿਹਾ ਵੀ ਕਈ ਸੱਜਣ ਸੁਣ ਕੇ ਕਾਗਜ਼ ਕਲਮ ਕੱਢਣਗੇ, ਗਿਣਨਗੇ ਕਿੰਨਾ ਚਿਰ ਲੱਗਦਾ। 16,000 ਵਾਰੀ ਕਿਹਾ। ਇੱਕ ਦੋ ਫੋਨ ਵੀ ਆਉਣਗੇ ਵੀ ਤੁਸੀਂ ਕਿਵੇਂ ਗਿਣ ਕੇ ਹਿਸਾਬ ਲਾਇਆ, ਕਿਹਾ ਸੀ ਕਿ ਨਹੀਂ ਕਿਹਾ। ਤਾਂ ਉਹਨਾਂ ਨੂੰ ਬੇਨਤੀ ਹੈ, ਤੁਸੀਂ ਖੁੱਲ੍ਹਾ ਕਹਿ ਲੈਣਾ ਜਿੰਨਾ ਕਹਿਣਾ, ਐਵੇਂ ਖੇਚਲ ਨਾ ਕਰਨੀ, ਆਪਣਾ ਵੀ ਸਮਾਂ ਖਰਾਬ ਕਰਨਾ, ਮੇਰਾ ਵੀ। ਕਦੀ ਇਹਨੂੰ ਮਿਣਿਆ ਨਹੀਂ ਜਾ ਸਕਦਾ। ਇਹ ਤੇ ਰੱਬ ਦੀ ਗੱਲ ਹੈ। ਭੱਟਾਂ ਨੇ ਤੇ ਗੁਰੂ ਦੀ ਗੱਲ ਕੀਤਿਆਂ ਇੱਕ ਸ਼ਬਦ ਕਿਹਾ ਹੈ, ਮੈਂ ਥੋੜਾ ਜਿਹਾ ਸੰਖੇਪ ਕਹਿ ਕੇ ਅੱਗੇ ਚਲਾ ਜਾਵਾਂਗਾ। ਉਹ ਕਹਿੰਦੇ ਨੇ, ਸੰਸਾਰ ਦੇ ਲੋਗੋ ਜੇ ਗੁਰੂ ਕੋਲ ਆਏ ਹੋ, ਗੁਰੂ ਨੇ ਜੋ ਕੁਝ ਕਿਹਾ ਉਹਨੂੰ ਕਮਾ ਲਓ, ਕਿਤੇ ਗੁਰੂ ਨੂੰ ਮਿਣਨ ਤੇ ਤੋਲਣ ਨਾ ਲੱਗ ਜਾਣਾ। ਕਦੀ ਨਾ ਮਿਣਨਾ ਗੁਰੂ ਨੂੰ। ਇਹ ਤੁਹਾਡੀ ਬੜੀ ਵੱਡੀ ਮੂਰਖਤਾ ਹੋਵੇਗੀ, ਤੁਹਾਡੀ ਬੜੀ ਵੱਡੀ ਗਲਤੀ ਹੋਵੇਗੀ। ਕਈ ਯਤਨ ਕਰ ਰਹੇ ਨੇ ਤੋਲਣ ਦਾ, ਮਿਣਨ ਦਾ, ਸਿੱਧ ਕਰ ਦੇਣਾ ਗੁਰੂ ਕਿਵੇਂ ਦਾ ਸੀ, ਕਿੰਨੇ ਵਜੇ ਉੱਠਦਾ ਸੀ, ਕੀ ਖਾਂਦਾ, ਕਿੰਨਾ ਤੁਰਦਾ। ਸਤਿਗੁਰੂ ਨੇ, ਭੱਟਾਂ ਨੇ ਕਿਹਾ, ਕਹਿੰਦੇ ਆਕਾਸ਼ ਤੋਂ ਬਾਰਿਸ਼ ਹੁੰਦੀ ਏ, ਕਣੀਆਂ ਅਰਬਾਂ ਦੀ ਗਿਣਤੀ ਵਿੱਚ ਡਿੱਗਦੀਆਂ, ਉਹ ਤਾਂ ਕੋਈ ਗਿਣ ਸਕਦਾ ਹੈ। ਜ਼ਮੀਨ ਤੇ ਘਾਹ ਉੱਗਦਾ ਅਰਬਾਂ ਤਰ੍ਹਾਂ ਦਾ, ਉਹ ਵੀ ਗਿਣਿਆ ਜਾ ਸਕਦਾ। ਬਸੰਤ ਵਿੱਚ ਫੁੱਲ ਖਿੜਦੇ ਨੇ ਅਰਬਾਂ, ਉਹ ਵੀ ਗਿਣੇ ਜਾ ਸਕਦੇ ਨੇ। ਕਹਿੰਦੇ ਨੇ ਗੰਗਾ ਦੀਆਂ ਤਰੰਗਾਂ ਔਰ ਸ਼ਿਵ ਜੀ ਨੂੰ ਮੰਨਿਆ ਗਿਆ, ਉਹ ਧਿਆਨ ਬੜਾ ਡੂੰਘਾ ਲਾਉਂਦਾ, ਧਿਆਨ ਬੜਾ ਪੱਕਾ ਉਹਦਾ, ਟੁੱਟਦਾ ਨਹੀਂ। ਇੰਨੇ ਧਿਆਨ ਦੁਆਰਾ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਈ ਗਿਣ ਲਵੇ, ਧਿਆਨ ਬੜਾ ਹੋਵੇ ਕਿਸੇ ਕੋਲ, ਪਰ ਉਹ ਗੁਰੂ ਦੀ ਮਹਿਮਾ ਨੂੰ ਨਹੀਂ ਗਿਣ ਸਕਦਾ, ਨਹੀਂ ਉਹਨੂੰ ਜਾਣਿਆ ਜਾ ਸਕਦਾ। ਇਹ ਜਿਹੜਾ ਸਵਈਆ ਹੈ, ਭਾਵੇਂ ਗੁਰੂ ਅਮਰਦਾਸ ਜੀ ਦੇ ਪਿਆਰ ਵਿੱਚ ਉਚਾਰਿਆ, ਪਰ ਇਹ ਗੁਰੂ ਤੇ ਲਾਗੂ ਹੁੰਦਾ। ਗੁਰੂ ਤਾਂ ਇੱਕੋ ਹੀ ਹੈ, ਗੁਰੂ ਦੀ ਮਹਿਮਾ ਤੇ ਲਾਗੂ ਹੁੰਦਾ ਹੈ। ਉਹ ਕਹਿੰਦੇ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨਾ ਆਵੈ। ਰਬ ਸਸ ਕਿਰਨ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ, ਇਹਨੂੰ ਵੀ ਗਿਣਿਆ ਜਾ ਸਕਦਾ। ਘਨ ਹਰ, ਘਨ ਕਹਿੰਦੇ ਨੇ ਬੱਦਲ ਨੂੰ, ਬੱਦਲ ਦੀਆਂ ਬੂੰਦਾਂ ਵੀ ਗਿਣੀਆਂ ਜਾ ਸਕਦੀਆਂ ਨੇ। ਬਸੋ ਰੋਮਾਵਲ, ਬਸੋ ਕਹਿੰਦੇ ਨੇ ਧਰਤੀ ਨੂੰ, ਰੋਮਾਵਲ ਕਹਿੰਦੇ ਨੇ ਬਨਸਪਤੀ ਨੂੰ, ਉਹਨਾਂ ਨੂੰ ਵੀ ਗਿਣਿਆ ਜਾ ਸਕਦਾ। ਕਿੰਨੇ ਬੂਟੇ ਨੇ, ਕਿੰਨੇ ਫੁੱਲ ਨੇ। ਕੁਸਮ ਬਸੰਤ, ਕੁਸਮ ਕਹਿੰਦੇ ਫੁੱਲ ਨੂੰ, ਬਸੰਤ ਕਹਿੰਦੇ ਬਸੰਤ ਰੁੱਤ ਨੂੰ। ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲ ਵੀ ਗਿਣੇ ਜਾ ਸਕਦੇ। ਫਿਰ ਅੱਗੇ ਬਚਨ ਕੀਤੇ, ਕੁਸਮ ਬਸੰਤ ਗਣੰਤ ਨ ਆਵੈ, ਰਬ ਸਸ ਕਿਰਨ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਵੀ ਕੋਈ ਗਿਣ ਲਵੇ, ਹੋ ਸਕਦਾ ਹੈ। ਉਧਰ ਸਾਗਰ ਕੋ, ਸਾਗਰ ਦੇ ਪਾਣੀ ਨੂੰ ਇੱਕ ਮਿਣ ਲੈ ਵੀ ਕਿੰਨੇ ਟਨ ਹੈ। ਉਧਰ ਕਹਿੰਦੇ ਪੇਟ, ਸਾਗਰ ਕਹਿੰਦੇ ਸਮੁੰਦਰ ਨੂੰ ਕੋਈ ਮਿਣ ਲਵੇ। ਰਬ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਜੇ ਕੋਈ ਯਤਨ ਕਰੇ ਤੇ ਗੰਗਾ ਦੀਆਂ ਤਰੰਗਾਂ ਨੂੰ ਗਿਣ ਸਕਦਾ ਹੈ। ਫਿਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਿਸੇ ਬੰਦੇ ਤੇ ਗੁਰੂ ਬੜੀ ਕਿਰਪਾ ਕਰਦਾ ਹੈ ਤੇ ਉਹਨੂੰ ਬੜਾ ਵੱਡਾ ਧਿਆਨ ਮਿਲ ਜਾ। ਰੁਦਰ ਸ਼ਿਵ ਜੀ ਜਿੰਨਾ ਧਿਆਨ ਹੋਵੇ ਕਿਸੇ ਕੋਲ, ਇੰਨਾ ਪਰਫੈਕਟ ਆਦਮੀ, ਦਿਮਾਗ ਦਾ ਧਿਆਨ ਬੜਾ ਉਹਦਾ ਹੋਵੇ, ਵਿਦਿਆ ਬੜੀ ਹੋਵੇ, ਉਸ ਧਿਆਨ ਦੁਆਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਈ ਗਿਣ ਲਵੇ ਜਿਹੜੀਆਂ ਉੱਤੇ ਕਹੀਆਂ ਗਈਆਂ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨਾਂ ਜੋ ਗਾਵੈ। ਤੇ ਅਖੀਰ ਤੇ ਬਚਨ ਕੀਤੇ, ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ,
तेरी उपमा तोए बन आवे। गुरु अमरदास जी ये सारियां चीज़ां गिणियां जाणगियां, पर तुहाडा अंत नहीं, तुसी किन्ने महान। इस तरह गुरु ने तू ही किया, हज़ारां वारी किया कि लखां वारी किया। ये रवायत कहती है 16,000 वारी कह दिता, कागज भरे गए, लिखारियां ने लिख लिया, सुन छा गई चौवां पासे पाउंटा साहिब विच। हवा भी रुक के सुनने वास्ते मजबूर हो गई, रुखां दे पत्तियां ने हिलना बंद कर दिता। एक बारी ते सूरज ने भी सोचा मैं ना तुरां। जदों किते कलगियां वाले दा ध्यान बाहर गया ते वेख्या भी ये तां शाम पै गई। वेख्या भी कागज बहुत भरे गए, तू ही 16,000 वारी लिखण वालियां ने लिख भी दिता। थोड़ा चिर चुप कीते रहे, फिर पुछया भी किन्ना कु लिखिया गया। कहन लगे बहुत वारी। की लिखिया? कहंदे तू ही लिखिया है। हुण किवें करिए? एक ग्रंथ बन जाएगा इहदा, तू ही दा, बहुत लंबा हो जाएगा। सतगुरु ने पूछया किन्ना है? कहंदे 16,000 वारी हो गया। कहंदे 16,000 दा 16 वारी लिख लो। और प्यार वाले शरधा वाले मना ने ते यह भी कहा है कि सतगुरां ने बचन भी किया सी कलगियां वाले ने कि गुरसिखा तू ये 16 वारी रोज पढ़ ले, तेनू 16,000 का फल मिल जाएगा। 16 वारी तू ही कह ले। ये गुरु की बख्शिश है, गुरु का वडप्पन है। बड़ियां चीज़ां मुफ्त विच सानू दित्तियां ने सतगुरु ने, बिल्कुल उन्हां वास्ते करना कुछ नहीं पैंदा। तां ये जिहड़े तरीके सतगुरु ने अपनाए ने, कहंदे त्रे भवन महीप सुर नर असुर, नेत नेत बन तृण कहत। नेत दा अर्थ है, ये दो लफ्जां दा जोड़ है। मैं कल भी कहा सी 2 मिनटां विच व्याख्या कर दियां। नेत दा अर्थ है ना जमा इत, दूं दा जोड़ बनिया। इहदे अर्थ ने, इत दा अर्थ है इथों तक। जिवें तुसीं 1 2 3 4 10 तक लिख देंदे हो तो आपां कहने इथों तक है। जिवें गिनती 100 ते जाके रुक जाती तो उन्होंने कवे भी अगे लिखो, फिर वो कहता मुढ़ तो शुरू करना पएगा, गिनती 100 तक है सिर्फ। इत दा मतलब इथों तक। ना इत दा मतलब जिहड़ा इथों तक नहीं। इथों तक क्या है? अगे होर भी है। उन्होंने क्या नेत ये शब्द बड़ा प्रचलित है, जिहड़ा किते खत्म नहीं हुंदा। जिन्हों गुरु नानक साहब जी ने क्या केते कह कह उठ उठ जाहे, एते कीते होर करे तां आख न सकै के कोई नहीं आख सकदा। जिसनों सतगुरु ने क्या बड़ा बेअंत सुन वड्डा आखे सब कोई केवड़ वड्डा डीठा होए, ओनू कहंदे नेत, जिहदा किते अंत नहीं, जिसदी किते भी समाप्ति नहीं। और ये शब्द बार बार तां कहे ने कि जपण वालिया मूर्खता ना करी, किते गुरु दा अंत ना लभण लग पई। जपना है, ਉਹਨੂੰ याद करना है तो ਉਹਦੇ ਨਾਲ प्यार करने वास्ते जप सकना है। अंत किसी ने नहीं पाया। ਐਵੇਂ टाइम खराब ना करें, ਐਵੇਂ कीमती जिंदगी ਨੂੰ इधर ना ला दे मिणन ते तोलन ते। कदी खुला बह के वेख, कदी खुली गल करके वेख, तो ਉਹਦੇ वास्ते कलगियां वाले ने बचन किया, कहंदे नेत नेत बण तृण कहत। हुण तां कहंदे जंगल दे सुके हुए पत्ते भी तेनू कह रहे ने ना नेत नेत, तेरा कोई अंत नहीं, तेरा कोई अंत नहीं। ਉਹਦੇ ਵਿੱਚੋਂ भी ये आवाज़ आ रही। अखीरली पंक्ति है इस शंत दी, कहंदे तव सर्ब नाम कथै कवन।
ਤਵ ਦਾ ਅਰਥ ਹੈ ਤੇਰਾ, ਸਰਬ ਦਾ ਅਰਥ ਹੈ ਸਾਰੇ, ਨਾਮ ਤੇਰਾ ਨਾਮ, ਕਥੈ ਕਵਣ, ਕਵਣ ਕਹਿੰਦੇ ਨੇ ਕੌਣ, ਕਥੈ ਦਾ ਅਰਥ ਹੈ ਕਥਨਾ ਕਰੇ। ਤੇਰੇ ਸਾਰੇ ਨਾਮਾਂ ਦਾ ਕਥਨ ਕੌਣ ਕਰ ਸਕਦਾ ਹੈ, ਭਾਵ ਤੇਰੇ ਨਾਮ ਇੰਨੇ ਨੇ। ਕਰਮ ਨਾਮ ਵਰਨਤ ਸੁਮਤ, ਵਰਨਤ ਕਹਿੰਦੇ ਨੇ ਵਰਣਨ ਕਰਨਾ। ਤੂੰ ਮੇਰੇ ਸਿਰ ਤੇ ਹੱਥ ਰੱਖ, ਮੈਨੂੰ ਸੁਮਤ ਦੇ, ਮੈਂ ਤੇਰੇ ਕਰਮ ਨਾਮਾਂ ਦਾ ਵਰਣਨ ਕਰਨ ਲੱਗਾ। ਇਹਦੇ ਅਰਥ ਇਹ ਨੇ ਕਿ ਅੱਗੇ ਜਿੰਨੇ ਨਾਮ ਆਉਣਗੇ, ਤਬ ਸਰਬ ਨਾਮ ਕਥੈ ਕਵਣ, ਤੇਰੇ ਸਾਰੇ ਨਾਮਾਂ ਨੂੰ ਕੌਣ ਕਵੇ। ਕਰਮ ਨਾਮ ਵਰਨਤ, ਹੁਣ ਅੱਗੇ ਜਾਪ ਸਾਹਿਬ ਵਿੱਚ ਜਿੰਨੇ ਛੰਦ ਆਉਣੇ ਨੇ, ਉਹਦੇ ਵਿੱਚ ਹੈ ਅਕਾਲ ਪੁਰਖ ਜੀਓ ਮੈਂ ਤੁਹਾਡੇ ਕਰਮ ਨਾਮ ਕਹਿਣੇ ਨੇ। ਦੋ ਤਰ੍ਹਾਂ ਦਾ ਨਾਮ ਹੈ, ਇੱਕ ਕਰਮ ਨਾਮ ਹੈ, ਇੱਕ ਸਤ ਨਾਮ ਹੈ। ਇਹ ਲੰਬਾ ਵਿਸ਼ਾ, ਕੱਲ ਨੂੰ ਇਹ ਵਿਸ਼ਾ ਆਪਾਂ ਯਤਨ ਕਰਾਂਗੇ। ਕਰਮ ਨਾਮ, ਕਰਮ ਨਾਮ ਕਿਹੜਾ ਹੈ? ਜਿਹੜਾ ਕਰਮਾਂ ਤੋਂ ਪਿਆ ਹੈ। ਪਰਮਾਤਮਾ ਨੂੰ ਵੇਖ ਕੇ ਉਹ ਕਿਵੇਂ ਦਾ ਕੰਮ ਕਰ ਰਿਹਾ ਹੈ, ਜਿਵੇਂ ਦਇਆ ਕਰ ਰਿਹਾ ਤੇ ਦਿਆਲੂ, ਕਿਰਪਾ ਕਰ ਰਿਹਾ ਤੇ ਕਿਰਪਾਲੂ, ਮਿੱਠਾ ਬੋਲਣ ਵਾਲਾ ਤੇ ਮਿੱਠ ਬੋਲਣਾ, ਇਹ ਸਾਰੇ ਕਰਮ ਨਾਮ ਨੇ। ਨਮਸਤੰ ਅਕਾਲੇ, ਜਿਹੜਾ ਕਾਲ ਤੋਂ ਪਰੇ ਹੈ, ਜਿਹਦੀ ਮੌਤ ਨਹੀਂ ਆਉਂਦੀ, ਇਹ ਉਹਦਾ ਕਰਮ ਨਾਮ। ਇੱਥੇ ਅਰਦਾਸ ਕਰ ਦਿੱਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ, ਕਰਮ ਨਾਮ ਵਰਨਤ। ਹੁਣ ਅੱਗੇ ਸਾਰੇ ਜਾਪ ਸਾਹਿਬ ਵਿੱਚ ਮੈਂ ਤੇਰੇ ਕਰਮ ਨਾਮ ਬਿਆਨ ਕਰਨੇ ਨੇ। ਮੈਨੂੰ ਸੁਮਤ ਦਾ ਅਰਥ ਹੈ ਸੁਮਤ ਦਿਓ, ਚੰਗੀ ਤਰ੍ਹਾਂ ਉਹਨਾਂ ਨੂੰ ਮੈਂ ਕਰ ਸਕਾਂ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਫਿਰ ਸਮਾਪਤੀ ਹੈ। ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।